ਪ੍ਰੋਗਰਾਮ ਪੰਜਾਬ ਬੋਲਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿੱਦਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਹਰ ਮੁੱਦੇ ਦੇ ਉੱਤੇ ਇੱਕ ਕਹਿ ਲਓ ਕਿ ਬੜੇ ਹੀ ਗੰਭੀਰ ਤਰੀਕੇ ਨਾਲ ਅਤੇ ਹਰੇਕ ਪੱਖ ਤੋਂ ਉਸ ਚੀਜ਼ ਦੇ ਹਰੇਕ ਪੱਖ ਤੋਂ ਆਪਾਂ ਗੱਲਬਾਤ ਕਰਦੇ ਹੁੰਦੇ ਸੀ। ਆਪਾਂ ਫਿਰ ਦੁਬਾਰਾ ਅੱਜ ਪ੍ਰੋਗਰਾਮ ਕਾਫੀ ਲੰਬੇ ਸਮੇਂ ਬਾਅਦ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਹੀ ਮੁੱਦਿਆਂ ਦੇ। ਹਾਲੇ ਦੋ ਮੁੱਦੇ ਜਿਹੜੇ ਗੱਲ ਕਰਾਂਗੇ ਉਹ ਵੱਡੇ ਮੁੱਦੇ ਨੇ, ਉਹ ਪੰਜਾਬ ਦੇ ਹੀ ਨੇ। ਤੁਹਾਨੂੰ ਦੱਸ ਦਈਏ ਕਿ ਪਹਿਲਾ ਮੁੱਦਾ ਜੋ ਅੱਜ ਕੱਲ੍ਹ ਆਪਾਂ ਜੋ ਦੇਖ ਰਹੇ ਹਾਂ, ਜੋ ਆਪਣੀ ਸਮਝ ਵਿੱਚ ਆ ਰਿਹਾ ਹੈ, ਉਹ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਹੈ। ਪਰ ਇਸ ਮੁੱਦੇ ਤੇ ਮੇਰੇ ਨਾਲ ਗੱਲਬਾਤ ਜੋ ਕਰਨਗੇ ਉਹ ਨੇ ਯੂਕੇ ਤੋਂ, ਕਹਿ ਲਓ ਕਿ ਉਹ ਨੌਜਵਾਨ ਜਿਨ੍ਹਾਂ ਨੂੰ ਪੰਜਾਬ ਤੇ ਵਿਦੇਸ਼ਾਂ ਦੇ ਨੌਜਵਾਨ ਜਾਂ ਬਜ਼ੁਰਗ ਜਾਂ ਹਰ ਇੱਕ ਕੈਟਾਗਰੀ ਦੇ ਲੋਕ ਕਾਫੀ ਜ਼ਿਆਦਾ ਸੁਣਨਾ ਪਸੰਦ ਕਰਦੇ ਨੇ ਅਤੇ ਕਾਫੀ ਜ਼ਿਆਦਾ ਉਹਨਾਂ ਦੇ ਨਾਲ ਜੁੜੇ ਵੀ ਹੋਏ ਨੇ। ਪਹਿਲਾਂ ਆਪਾਂ ਧੰਨਵਾਦ ਕਰਦੇ ਹਾਂ, ਫਿਰ ਆਪਾਂ ਜਿਸ ਮੁੱਦੇ ਤੇ ਗੱਲਬਾਤ ਕਰਨੀ ਹੈ ਇਸ ਦੇ ਨਾਲ ਆਪਾਂ ਉਹਨਾਂ ਨਾਲ ਜੁੜਦੇ ਹਾਂ। ਤਾਂ ਮੇਰੇ ਨਾਲ ਜੁੜੇ ਨੇ ਯੂਕੇ ਤੋਂ ਦਲਜੀਤ ਸਿੰਘ। ਦਲਜੀਤ ਸਿੰਘ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ ਜੀ, ਬਹੁਤ ਬਹੁਤ ਸਮਾਂ ਦੇਣ ਦੇ ਲਈ। ਦਲਜੀਤ ਸਿੰਘ ਜੀ, ਮੇਰਾ ਜੋ ਪਹਿਲਾ ਤੁਹਾਨੂੰ ਸਵਾਲ ਤਾਂ ਇਹ ਹੈ ਕਿ ਜੋ ਇਸ ਵਕਤ ਮਾਹੌਲ ਚੱਲਦਾ ਹੈ ਪੰਜਾਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਨੂੰ ਲੈ ਕੇ, ਤਾਂ ਮੈਂ ਥੋੜਾ ਜਿਹਾ ਪਿੱਛੇ ਜਾਵਾਂਗਾ। ਮੈਂ ਕਹਿੰਦਾ ਆਪਾਂ ਥੋੜਾ ਜਿਹਾ ਇਸ ਮੁੱਦੇ ਦੇ ਉੱਤੇ ਥੋੜਾ ਜਿਹਾ ਪਿੱਛੋਂ ਤੇ ਥੋੜੀ ਗਹਿਰਾਈ ਨਾਲ ਗੱਲ ਕਰ ਲਈਏ। ਜੋ ਸਿਮਰਨਜੀਤ ਸਿੰਘ ਮਾਨ ਨੇ ਬਿਆਨ ਦਿੱਤਾ ਉਸ ਤੇ ਤੁਸੀਂ ਆਪਣੀ ਰਾਏ ਦੇ ਦਿਓ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਇੱਕ ਰਾਏ ਦੇਣਾ ਚਾਹੁੰਦਾ, ਉਸ ਤੇ ਵੀ ਤੁਸੀਂ ਜ਼ਰੂਰ ਆਪਣੇ ਵਿਚਾਰ ਦਿਓ। ਅਜਿਹਾ ਕਿਉਂ ਹੁੰਦਾ ਹੈ ਕਿ ਜਦੋਂ ਬੜੇ ਤੋਂ ਬੜੇ ਪੰਜਾਬ ਦੇ ਵਿੱਚ ਕੋਈ ਮੁੱਦੇ ਉੱਠਦੇ ਨੇ, ਕੋਈ ਮਸਲੇ ਖੜੇ ਹੁੰਦੇ ਨੇ, ਉਦੋਂ ਪੰਜਾਬ ਦੇ 92 ਵਿਧਾਇਕਾਂ ਵਿੱਚੋਂ ਕੋਈ ਆਪਣਾ ਮੂੰਹ ਨਹੀਂ ਖੋਲਦਾ। ਪਰ ਜਦੋਂ ਕੋਈ ਅਜਿਹਾ ਮੁੱਦਾ ਆ ਜਾਂਦਾ ਜਿੱਥੇ ਉਹਨਾਂ ਨੂੰ ਬੋਲਣ ਦਾ ਮੌਕਾ ਮਿਲ ਜਾਂਦਾ ਹੈ, ਤੇ 92 ਦੇ 92 ਵਿਧਾਇਕ ਟੁੱਟ ਕੇ ਪੈ ਜਾਂਦੇ ਨੇ ਉਸ ਇਸ਼ੂ ਦੇ ਉੱਤੇ। ਜਿੱਦਾਂ ਕਿ ਪਹਿਲਾਂ ਕਿੰਨੇ ਇਸ਼ੂ ਹੋਏ, ਕਬੱਡੀ ਪਲੇਅਰਾਂ ਦੇ ਜੋ ਕਤਲ ਹੋਏ, ਉਦੋਂ ਕੋਈ ਨਹੀਂ ਬੋਲਿਆ। ਕਈ ਇਸ਼ੂ ਹੋਏ ਤੁਹਾਨੂੰ ਪਤਾ ਹੀ ਨੇ, ਤੇ ਕੋਈ ਵਿਧਾਇਕ ਨਹੀਂ ਬੋਲਿਆ ਆਮ ਆਦਮੀ ਪਾਰਟੀ ਦਾ। ਪਰ ਜਿੱਦਾਂ ਹੀ ਸਿੱਧੂ ਮੂਸੇਵਾਲੇ ਨੇ ਇੱਕ ਕਹਿ ਲਓ ਗੀਤ ਜਾਂ ਇੱਕ ਥੋੜਾ ਜਿਹਾ ਮੂੰਹ ਹੀ ਖੋਲਿਆ ਸੀ, ਤੇ 92 ਦੇ 92 ਉਸ ਦੇ ਉੱਤੇ ਟੁੱਟ ਕੇ ਪੈ ਗਏ ਸੀ। ਹਾਲਾਂਕਿ ਪੰਜਾਬ ਦਾ ਕੋਈ ਇਸ਼ੂ ਨਹੀਂ ਸੀ, ਕੋਈ ਮੁੱਦਾ ਨਹੀਂ ਸੀ, ਉਸ ਨੂੰ ਘੇਰ ਕੇ ਪੰਜਾਬ ਨੂੰ ਕੁਝ ਹਾਸਲ ਵੀ ਨਹੀਂ ਹੋਣ ਵਾਲਾ ਸੀ। ਤੇ ਅਜਿਹਾ ਹੀ ਹੁਣ ਫੇਰ ਦੇਖਣ ਨੂੰ ਮਿਲ ਰਿਹਾ ਹੈ। ਜੋ ਸੰਗਰੂਰ ਇਲੈਕਸ਼ਨ ਦੇ ਵਿੱਚ ਇੱਕ ਵੱਡੀ ਜਿੱਤ ਮਿਲੀ ਹੈ, ਤੇ ਪੁੱਛਣਾ ਚਾਹੁੰਦਾ ਕਿ ਜੋ ਬਿਆਨ ਤਾਂ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ ਵੀ ਬਹੁਤ ਦਿੱਤੇ ਸੀਗੇ, ਉਦੋਂ ਕਦੇ ਵੀ ਇਹੋ ਜਿਹਾ ਰਿਐਕਸ਼ਨ ਨਹੀਂ ਮਿਲਿਆ ਸਰਕਾਰਾਂ ਵੱਲੋਂ ਕਿ ਇੱਕ ਉਹਨਾਂ ਦੇ ਬਿਆਨ ਦੇ ਉੱਤੇ ਪੂਰੀ ਦੀ ਪੂਰੀ ਸਰਕਾਰ ਹੀ ਟੁੱਟ ਕੇ ਪੈ ਜਾਵੇ ਤੇ ਐਡਾ ਵੱਡਾ ਵਿਵਾਦ ਖੜਾ ਹੋ ਜਾਂਦਾ। ਬਿਆਨ ਤਾਂ ਪਹਿਲਾਂ ਹੀ ਬਹੁਤ ਦਿੱਤੇ ਨੇ ਉਹਨਾਂ ਨੇ, ਪਰ ਅਜਿਹਾ ਕਦੇ ਨਹੀਂ ਹੋਇਆ। ਅਜਿਹਾ ਹੋਣ ਦੇ ਕਾਰਨ ਕਿ ਤੁਸੀਂ ਕੀ ਦੇਖਦੇ ਹੋ ਕਿ ਜਿੱਤ ਤੋਂ ਜਿਹੜੀ ਹੈ ਉਹ ਜ਼ਿਆਦਾ ਰੜਕਦੀ ਪਈ ਹੈ, ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ? ਜੀ ਬਿਲਕੁਲ। ਸਭ ਤੋਂ ਪਹਿਲਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਦੀ, ਇਹ ਅਸੀਂ ਨਹੀਂ ਕਹਿ ਰਹੇ, ਇਹ ਸਾਰੀ ਦੁਨੀਆ ਦੇ ਵਿੱਚ ਜਿਹੜੇ ਲੋਕ ਦੇਖ ਰਹੇ ਸੀ ਆਮ ਆਦਮੀ ਪਾਰਟੀ ਵੱਲ ਕਿ ਜਦੋਂ ਸੱਤਾ ਦੇ ਵਿੱਚ ਆਉਂਦੀ ਹੈ ਤੇ ਸ਼ਾਇਦ ਪੰਜਾਬ ਜਿਹੜਾ ਇੱਕਦਮ ਬਦਲ ਜਾਏਗਾ। ਸੋ ਜਦੋਂ ਇਹ ਗੱਲਾਂ ਉੱਠਣੀਆਂ ਸ਼ੁਰੂ ਹੋਈਆਂ ਵੀ ਭਾਈ ਤੁਹਾਨੂੰ 15 ਦਿਨ ਹੋ ਗਏ ਆ, ਤੁਹਾਨੂੰ 1 ਮਹੀਨਾ ਹੋ ਗਿਆ, ਤੁਹਾਨੂੰ 2 ਮਹੀਨੇ ਹੋ ਗਏ ਆ, ਤੁਹਾਨੂੰ 3 ਮਹੀਨੇ ਹੋ ਗਏ ਆ, ਤੁਹਾਨੂੰ 3.5 ਮਹੀਨੇ ਹੋ ਗਏ ਆ, ਤਾਂ ਉਸ ਵੇਲੇ ਆਮ ਹੀ ਇਹ ਗੱਲਾਂ ਜਿਹੜੀਆਂ ਕਹੀਆਂ ਵੀ ਜਾਂਦੀਆਂ ਸੀ ਰਿਸਪੌਂਸ ਵਜੋਂ ਕਿ ਹਜੇ ਟਾਈਮ ਤਾਂ ਦਿਓ, ਹਜੇ ਟਾਈਮ ਤਾਂ ਦਿਓ, ਹਜੇ ਕੰਮ ਕਰਨ ਦਾ ਟਾਈਮ ਦਿਓ ਸਾਨੂੰ, ਮਤਲਬ ਘੱਟੋ ਘੱਟ ਹਜੇ 6 ਮਹੀਨੇ ਦਿਓ। ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਹੋਰ 1.5 ਮਹੀਨੇ ਤੱਕ 6 ਮਹੀਨਿਆਂ ਦੀ ਉਹ ਜਿਹੜੀ ਮਨਾਦ ਹੈਗੀ ਉਦੋਂ ਤੱਕ ਆਪਾਂ ਪਹੁੰਚ ਜਾਵਾਂਗੇ। ਸੋ ਉਹਦੇ ਵਿੱਚ ਕਿੰਨੇ ਕੁ ਕੰਮ ਜਿਹੜੇ ਪੰਜਾਬ ਵਾਸਤੇ ਹੋਏ ਆ, ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਨੇ। ਜੇ ਆਪਾਂ ਇੱਕ ਪੰਜਾਬ ਵਾਸੀ ਵਜੋਂ ਦੇਖਣਾ ਹੋਵੇ, ਮਤਲਬ ਜੇ ਤੁਸੀਂ ਮੈਨੂੰ ਪੁੱਛੋ ਕਿ ਮੈਂ ਪੰਜਾਬ ਵਾਸੀ ਹਾਂ, ਮੇਰੇ ਲਈ ਕੀ ਕੀਤਾ ਗਿਆ, ਤਾਂ ਮੈਂ ਹਜੇ ਇਹ ਕਹਾਂਗਾ ਵੀ ਕੋਈ ਵੀ ਕੰਮ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਚੋਣ ਮੈਨੀਫੈਸਟੋ ਦੇ ਵਿੱਚ ਸੀਗਾ ਉਹ ਕੋਈ ਵੀ ਪ੍ਰੋਪਰ ਤਰੀਕੇ ਦੇ ਨਾਲ ਸਿਰੇ ਹਜੇ ਨਹੀਂ ਚੜਿਆ। ਚਾਹੇ ਬੀਬੀਆਂ ਨੂੰ 1000 ਰੁਪਇਆ ਦੇਣ ਵਾਲੀ ਗੱਲ ਹੋਵੇ, ਚਾਹੇ ਯੂਨਿਟਾਂ ਦੀ ਗੱਲ ਹੋਵੇ, ਬਿਜਲੀ ਦੀ ਗੱਲ ਹੋਵੇ, ਜਾਂ ਫਿਰ ਹੋਰ ਬਹੁਤ ਕੁਝ ਸੀਗਾ। ਸੋ ਜੇ ਪ੍ਰੋਪਰ ਤਰੀਕੇ ਨਾਲ ਕਹੀਏ ਹਜੇ ਤੱਕ ਕੁਝ ਵੀ ਸਿਰੇ ਨਹੀਂ ਚੜਿਆ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ 92 ਵਿਧਾਇਕਾਂ ਵਾਲੀ, ਸੋ 92 ਵਿਧਾਇਕ ਮੈਨੂੰ ਲੱਗਦਾ ਜਿੱਥੋਂ ਤੱਕ ਮੈਂ ਦੇਖਦਾ ਰਹਿਣਾ ਪੰਜਾਬ ਦੇ ਵਰਤਾਰੇ ਨੂੰ, ਤਾਂ ਸਿਰਫ 2 ਵਾਰ ਬੋਲੇ ਨੇ 92 ਵਿਧਾਇਕ। ਇੱਕ ਬੋਲੇ ਨੇ ਜੀ ਸਿੱਧੂ ਮੂਸੇਵਾਲੇ ਦੇ ਗੀਤ ਦੇ ਉੱਤੇ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੀ ਆ ਕਿ ਵੋਟਾਂ ਦੇ ਵਿੱਚ ਹਾਰ ਜਾਣ ਤੋਂ ਬਾਅਦ ਸਿੱਧੂ ਨੇ ਇੱਕ ਗੀਤ ਕੀਤਾ ਸੀ, ਉਹਦੇ ਵਿੱਚ ਉਹਨੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਥੋੜਾ ਜਿਹਾ ਤਵਾ ਲਾ ਦਿੱਤਾ ਸੀ, ਬਾਕੀ ਸਾਰਿਆਂ ਦੇ ਉੱਤੇ ਲੱਗਾ, ਪਰ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਨੂੰ ਜ਼ਿਆਦਾ ਹੀ ਆਪਣੇ ਉੱਤੇ ਲੈ ਕੇ ਗੰਭੀਰ ਤਰੀਕੇ ਨਾਲ ਉਹਦੇ ਰਿਐਕਸ਼ਨ ਦੇਣੇ ਸ਼ੁਰੂ ਕੀਤੇ। ਸੋ ਉਸ ਵੇਲੇ ਪੰਜਾਬ ਦੇ ਕਾਨੂੰਨ ਮੰਤਰੀ ਜਿਹੜੇ ਨੇ ਉਹ ਵੀ ਉਹਦੇ ਉੱਤੇ ਰਿਐਕਸ਼ਨ ਦਿੰਦੇ ਨੇ। ਉਸ ਤੋਂ ਬਾਅਦ ਹਰਪਾਲ ਚੀਮਾ ਹਰੀ ਵੀ ਜਿਹੜੇ ਉਹਦੇ ਉੱਤੇ ਰਿਐਕਸ਼ਨ ਦਿੰਦੇ ਨੇ, ਅਮਨ ਅਰੋੜਾ ਹੋ ਗਏ, ਰਾਘਵ ਚੱਡਾ ਹੋ ਗਏ। ਸੋ ਇੱਥੋਂ ਤੱਕ ਕਹਿ ਦਿੱਤਾ ਗਿਆ। ਹੁਣ ਤੁਸੀਂ ਇਹ ਦੇਖੋ ਵੀ ਇੱਕ ਗੀਤ ਸੀ, ਉਹ ਫਿਲਹਾਲ ਇੱਕ ਗੀਤ ਹੀ ਸੀਗਾ, ਮਤਲਬ ਕੋਈ ਵਾਇਲੈਂਸ ਨਹੀਂ ਸੀ, ਕੋਈ ਐਸਾ ਫਿਜ਼ੀਕਲ ਕੋਈ ਰਿਐਕਸ਼ਨ ਨਹੀਂ ਸੀਗਾ, ਮਤਲਬ ਕਿਸੇ ਦੇ ਉੱਤੇ ਕੋਈ ਵਾਰ ਨਹੀਂ ਕੀਤਾ ਜਾਂ ਕੋਈ ਗੱਲਬਾਤ ਨਹੀਂ ਹੋਈ, ਕੋਈ ਵਾਇਲੈਂਸ ਨਹੀਂ ਸੀ ਕੀਤੀ। ਇੱਕ ਗੀਤ ਦੇ ਉੱਤੇ ਇੱਕ ਬਿਆਨ ਆਉਂਦਾ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦਾ ਕਿ ਸਿੱਧੂ ਮੂਸੇਵਾਲੇ ਦੇ ਪੁਰਾਣੇ ਕੇਸ ਜਿਹੜੇ ਨੇ ਖੋਲੇ ਜਾਣਗੇ।
ਸੋ ਇਸ ਦਾ ਕੀ ਮਤਲਬ ਹੋਇਆ, ਮੈਂ ਤੁਹਾਨੂੰ ਹੀ ਪੁੱਛਣਾ ਚਾਹੁੰਦਾ ਹੈ ਕਿ ਇਸ ਗੱਲ ਦਾ ਕੀ ਮਤਲਬ ਹੋਇਆ? ਜੇਕਰ ਉਹ ਪੁਰਾਣੇ ਕੇਸ ਨੇ ਹੁਣ ਤੱਕ ਕਿਉਂ ਨਹੀਂ ਖੋਲੇ ਗਏ? ਜੇਕਰ ਸਿੱਧੂ ਨੇ ਆਪਣੇ ਗੀਤ ਦੇ ਵਿੱਚ ਚੰਦ ਲਫ਼ਜ਼ ਜਿਹੜੇ ਸਖਤ ਕਹਿ ਦਿੱਤੇ ਆ, ਤੇ ਤੁਹਾਨੂੰ ਅੱਜ ਡਰਾਵਾ ਦੇਣ ਲਈ ਉਹ ਚੀਜ਼ਾਂ ਜਿਹੜੀਆਂ ਆ ਗਈਆਂ ਵੀ ਭਾਈ ਤੁਹਾਡੇ ਪੁਰਾਣੇ ਕੇਸ ਖੋਲੇ ਜਾਣਗੇ। ਇਹ ਸੇਮ ਬਿਰਤੀ ਜਿਹੜੀ ਹੈ ਭਾਰਤ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਬੜੇ ਵੱਡੇ ਵੱਡੇ ਲੀਡਰ ਹੋਏ ਜਿਨ੍ਹਾਂ ਦੇ ਮੂੰਹ ਨੂੰ ਤਾਲੇ ਲਾ ਦਿੱਤੇ ਗਏ ਇਹ ਕਹਿ ਕੇ ਕਿ ਤੁਹਾਡੇ ਪੁਰਾਣੇ ਕੇਸ ਖੋਲੇ ਜਾਣਗੇ। ਇਹਦੇ ਵਿੱਚ ਬਾਦਲ ਪਰਿਵਾਰ ਵੀ ਆ ਜਾਂਦਾ। ਬਾਦਲਾਂ ਨੂੰ ਵੀ ਬਹੁਤ ਵਾਰ ਸੈਂਟਰ ਦੀਆਂ ਸਰਕਾਰਾਂ ਨੇ ਇਹ ਗੱਲ ਕਹਿ ਕੇ ਚੁੱਪ ਕਰਾਈ ਵੀ ਜੇ ਤੁਸੀਂ ਸਿੱਖਾਂ ਦੇ ਹਿੱਤ ਦੀ ਗੱਲ ਕਰੋਗੇ ਤਾਂ ਤੁਹਾਡੇ ਪੁਰਾਣੇ ਕੇਸ ਖੋਲ ਲਏ ਜਾਣਗੇ। ਇਸੇ ਤਰ੍ਹਾਂ ਕੈਪਟਨ ਸਾਹਿਬ ਦੇ ਬਾਰੇ ਵੀ ਹੁੰਦਾ ਰਿਹਾ ਵੀ ਤੁਹਾਡਾ ਲੁਧਿਆਣਾ ਜਿਹੜਾ ਸ਼ਾਪਿੰਗ ਮਾਲ ਵਾਲਾ ਜਿਹੜਾ ਕੇਸ ਹੈ ਉਹ ਖੋਲ ਦਿੱਤਾ ਜਾਵੇਗਾ, ਤੁਹਾਡੇ ਬੱਚਿਆਂ ਦੇ ਨਾਮ, ਜਿਹੜਾ ਤੁਹਾਡੇ ਪੁੱਤਰ ਦਾ ਨਾਮ ਵੀ ਉਹਦੇ ਵਿੱਚ ਆ ਜਾਏਗਾ। ਸੋ ਇਹ ਸੇਮ ਜਿਹੜੇ ਲੈ ਕੇ ਆਪਾਂ ਕਹੀਏ ਵੀ ਬਿਰਤੀ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਜਿਹੜਾ ਹੈਗਾ ਵਿਰੋਧ ਇਸ ਤਰ੍ਹਾਂ ਜ਼ਾਹਰ ਕੀਤਾ ਸੀ ਕਿ ਤੁਹਾਡੇ ਪੁਰਾਣੇ ਕੇਸ ਖੋਲ ਦਿਆਂਗੇ, ਅਦਰਵਾਈਜ਼ ਆਪਣਾ ਜਿਹੜਾ ਹੈਗਾ ਮੂੰਹ ਬੰਦ ਰੱਖੋ। ਸੋ ਹੁਣ ਦੂਜੀ ਵਾਰ ਜਦੋਂ ਖੋਲਿਆ ਗਿਆ ਮੂੰਹ ਇਹਨਾਂ ਵੱਲੋਂ, ਹੁਣ ਦੀ ਗੱਲ ਹੈ ਆ ਜਦੋਂ ਹੁਣ ਜਿਹੜਾ ਸਾਰਾ ਵਰਤਾਰਾ ਹੋਇਆ ਸਿਮਰਨਜੀਤ ਸਿੰਘ ਮਾਨ ਵਾਲਾ, ਮੈਨੂੰ ਤਾਂ ਇਸ ਤਰ੍ਹਾਂ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਸਿਰਫ ਇੱਕ ਥਾਂ ਭਰਨ ਨੂੰ, ਇੱਕ ਗੈਪ ਭਰਨ ਨੂੰ ਇਹ 92 ਵਿਧਾਇਕ ਜਿਹੜੇ ਨੇ ਉਹ ਬਣਾਏ ਤਾਂ ਗਏ ਨੇ, ਪਰ ਇਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈਗੀ, ਇਹਨਾਂ ਨੂੰ ਕੋਈ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਜਿੰਨੀ ਦੇਰ ਇਹਨਾਂ ਦੇ ਆਕਾ ਜਿਹੜੇ ਪਾਰਟੀ ਪ੍ਰਮੁੱਖ ਨੇ ਜਿੰਨੀ ਦੇਰ ਉਹ ਨਹੀਂ ਕਹਿੰਦੇ ਇਹ ਬੋਲ ਨਹੀਂ ਸਕਦੇ। ਮਤਲਬ ਸਿੱਧੂ ਦੇ ਉਸ ਗੀਤ ਬਾਰੇ ਵੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਦਾ ਬਿਆਨ ਆਉਂਦਾ, ਉਸ ਤੋਂ ਬਾਅਦ ਛੋਟੇ ਲੀਡਰ ਬੋਲਦੇ ਨੇ, ਯਾਨੀ ਕਿ ਜਿਹੜੇ ਆਪਣੇ ਆਪ ਨੂੰ ਛੋਟੇ ਸਮਝਦੇ, ਅਸੀਂ ਤਾਂ ਸ਼ਾਇਦ ਇਸੇ ਤਰ੍ਹਾਂ ਸਮਝਦੇ ਵੀ ਸਾਰੇ ਵਿਧਾਇਕ ਜਿਹੜੇ ਬਰਾਬਰ ਨੇ, ਪਰ ਉਹ ਆਪਣੇ ਆਪ ਨੂੰ ਸ਼ਾਇਦ ਇੰਨੇ ਕਾਬਲ ਨਹੀਂ ਸਮਝਦੇ। ਜਦੋਂ ਉਹਨਾਂ ਦਾ ਵੱਡਾ ਲੀਡਰ ਬੋਲਦਾ ਤਾਂ ਉਹਦੇ ਪਿੱਛੇ ਉਹ ਰਿਪਲਾਈ ਦੇਣੀ ਸ਼ੁਰੂ ਹੋ ਜਾਂਦੇ ਆ ਜਾਂ ਹਾਂ ਚ ਹਾਂ ਮਿਲਾਉਣੀ ਸ਼ੁਰੂ ਕਰ ਦਿੰਦੇ ਆ। ਹੁਣ ਵੀ ਇਸੇ ਤਰ੍ਹਾਂ ਹੋਇਆ ਜਦੋਂ ਮੀਤ ਹੇਅਰ, ਰਾਘਵ ਚੱਡਾ, ਹਰਪਾਲ ਚੀਮਾ ਹੋਰਾਂ ਨੇ ਮਾਨ ਦੇ ਇਸ ਬਿਆਨ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਹ 92 ਵਿਧਾਇਕ ਵਾਰੀ-ਵਾਰੀ ਜਿਹੜਾ ਹੈਗਾ ਉਹ ਬੋਲਣ ਲੱਗ ਪਏ, ਜਿਹਦੇ ਵਿੱਚ ਅਨਮੋਲ ਗਗਨ ਮਾਨ ਵੀ ਹੈ ਜੋ ਕਿ ਕਿਸੇ ਸਮੇਂ ਭਗਵੰਤ ਮਾਨ ਹੋਰਾਂ ਦੇ ਉੱਤੇ ਦੋਸ਼ ਲਾਉਂਦੇ ਹੁੰਦੇ ਸੀ ਕਿ ਸ਼ਰਾਬ ਪੀਂਦੇ ਨੇ, ਸ਼ਰਾਬੀ ਨੇ, ਜਾਂ ਉਹ ਖੁਦ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਵਾਇਰਲ ਹੁੰਦੀਆਂ ਨੇ ਜਿਹਦੇ ਵਿੱਚ ਹੱਥ 'ਚ ਸਿਗਰਟ ਫੜੀ ਹੋਈ ਹੈ, ਸ਼ਰਾਬ ਫੜੀ ਹੋਈ ਹੈ। ਖੈਰ ਇਹ ਉਹਨਾਂ ਦਾ ਪਰਸਨਲ ਮਸਲਾ ਹੈ, ਅਸੀਂ ਇਹਦੇ ਵਿੱਚ ਜਾਣਾ ਨਹੀਂ ਚਾਹੁੰਦੇ, ਪਰ ਫਿਰ ਵੀ ਜਦੋਂ ਕੋਈ ਕਿਸੇ ਦੇ ਉੱਤੇ ਬਿਆਨ ਦਿੰਦਾ, ਕੋਈ ਕਿਸੇ ਤੇ ਐਲੀਗੇਸ਼ਨ ਲਾਉਂਦਾ, ਪਹਿਲਾਂ ਉਹਨੂੰ ਆਪਣਾ ਆਪ ਦੇਖਣਾ ਚਾਹੀਦਾ ਵੀ ਅਸੀਂ ਕਿੱਥੇ ਖੜੇ ਹਾਂ। ਜਦੋਂ ਤਾਂ ਵਾਰੀ ਪੰਜਾਬ ਦੇ ਹੱਕਾਂ ਦੀ ਆਉਂਦੀ ਹੈ ਉਦੋਂ ਤੁਸੀਂ ਚੁੱਪ ਹੋ, ਜਦੋਂ ਤੁਹਾਡੇ ਪਾਰਟੀ ਦੇ ਪ੍ਰਮੁੱਖ ਕਹਿੰਦੇ ਨੇ ਵੀ ਇਸ ਗੱਲ ਤੇ ਤੁਸੀਂ ਆਪਣਾ ਬਿਆਨ ਰਿਕਾਰਡ ਜ਼ਰੂਰ ਕਰਵਾ ਦਿਓ ਮੀਡੀਆ ਦੇ ਵਿੱਚ, ਤਾਂ ਉਸ ਵੇਲੇ ਤੁਸੀਂ ਟਵੀਟ ਵੀ ਕਰਦੇ ਹੋ, ਉਸ ਵੇਲੇ ਤੁਸੀਂ ਫੇਸਬੁੱਕ ਦੇ ਉੱਤੇ ਵੀ ਲਿਖਦੇ ਹੋ ਜਾਂ ਮੀਡੀਆ ਨੂੰ ਵੀ ਇਹ ਗੱਲ ਜਿਹੜੀ ਕਹਿੰਦੇ ਹੋ ਕਿ ਹਾਂ ਇਹ ਕੰਮ ਬਹੁਤ ਗਲਤ ਹੋ ਗਿਆ। ਅਸੀਂ ਇਸ ਗੱਲ ਦੇ ਉੱਤੇ ਤੁਹਾਡਾ ਸਾਥ ਦੇਵਾਂਗੇ ਜੇਕਰ ਤੁਸੀਂ ਇਹਨਾਂ ਮੁੱਦਿਆਂ ਦੇ ਨਾਲ ਨਾਲ ਪੰਜਾਬ ਦੇ ਹਰ ਇੱਕ ਮੁੱਦੇ ਦੇ ਉੱਤੇ ਬੋਲੋ, ਆਪਣੀ ਜ਼ੁਬਾਨ ਜਿਹੜੀ ਹੈ ਖੋਲੋ, ਚਾਹੇ ਪਾਣੀਆਂ ਦਾ ਮਸਲਾ, ਚਾਹੇ ਭਾਖੜਾ ਡੈਮ ਜਿਹੜਾ ਭਾਖੜਾ ਬੋਰਡ ਹੈਗਾ ਉਹਦੇ ਵਿੱਚੋਂ ਜਦੋਂ ਪੰਜਾਬ ਦਾ ਇੰਟਰਫੇਰੈਂਸ ਕੱਢ ਦਿੱਤਾ ਗਿਆ ਉਹਦੇ ਉੱਤੇ ਨਹੀਂ ਬੋਲੇ, ਉਹਦੇ ਉੱਤੇ ਵੀ ਬੋਲਣਾ ਚਾਹੀਦਾ ਸੀ। ਜਦੋਂ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਆਈ ਹੈ ਉਦੋਂ ਵੀ ਕੋਈ ਵਿਧਾਇਕ ਨਹੀਂ ਬੋਲਿਆ। ਰਾਜ ਸਭਾ ਦੇ ਵਿੱਚ ਵੀ ਜਦੋਂ ਬਾਹਰਲੇ ਲੋਕ ਭੇਜੇ ਗਏ, ਰਾਘਵ ਚੱਡਾ ਵਰਗੇ ਲੋਕ ਭੇਜੇ ਗਏ, ਉਸ ਵੇਲੇ ਵੀ ਇਹਨਾਂ ਦੇ ਵਿੱਚੋਂ ਕੋਈ ਨਹੀਂ ਬੋਲਿਆ। ਸੋ ਹੁਣ ਜਦੋਂ ਸਲਾਹਕਾਰ ਵੀ ਲਾ ਦਿੱਤਾ ਗਿਆ ਰਾਘਵ ਚੱਡਾ ਨੂੰ, ਉਸ ਵੇਲੇ ਵੀ ਇਹ 92 ਵਿਧਾਇਕ ਜਿਹੜੇ ਨੇ ਬਿਲਕੁਲ ਚੁੱਪ ਨੇ, ਜਦ ਕਿ ਚਾਹੀਦਾ ਤਾਂ ਇਹ ਸੀ ਵੀ ਭਾਈ ਸਾਨੂੰ ਕਾਹਤੇ ਚੁਣਿਆ ਗਿਆ, ਅਸੀਂ ਵੀ ਪੜ੍ਹਾਈਆਂ ਕੀਤੀਆਂ, ਅਸੀਂ ਵੀ ਇੰਨੇ ਕਾਬਲ ਹੈਗੇ ਆ ਕਿ ਅਸੀਂ ਸਲਾਹ ਦੇ ਸਕਦੇ ਹਾਂ, ਉਹ ਵੀ ਪੰਜਾਬ ਨੂੰ ਅਸੀਂ ਬੈਟਰ ਜਾਣਦੇ ਹਾਂ ਰਾਘਵ ਚੱਡਾ ਤੋਂ, ਪਰ ਉਸ ਵੇਲੇ ਵੀ ਕੋਈ ਨਹੀਂ ਬੋਲਿਆ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਗੇਮ ਜਿਹੜੀ ਹੈ ਬੜੀ ਡੂੰਘੀ ਹੈ ਜਿਵੇਂ ਚਲਾਈ ਜਾ ਰਹੀ ਆਮ ਆਦਮੀ ਪਾਰਟੀ ਵੱਲੋਂ। ਇਹਦਾ ਨਤੀਜਾ ਕੀ ਨਿਕਲੂਗਾ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਖੁਦ ਜਾਣਦੀ ਹੈ ਕਿ ਕਿਵੇਂ ਦੇ ਨਤੀਜੇ ਹੋ ਸਕਦੇ ਨੇ। ਉਹ ਵਿਧਾਇਕ ਜਿਹੜੇ ਨੇ ਉਹ ਵਾਪਸ ਵੋਟਾਂ ਮੰਗਣ ਕਿਵੇਂ ਜਾਣਗੇ ਵੋਟਰਾਂ ਦੇ ਕੋਲੋਂ, ਇਹ ਵੀ ਹੁਣ ਵੱਡਾ ਸਵਾਲ ਹੈਗਾ। ਵੀ ਭਾਈ ਉਹਨਾਂ ਨੇ ਤਾਂ ਕਹਿਣਾ ਵੀ ਜਿਨ੍ਹਾਂ ਦੇ ਵਾਸਤੇ ਤੁਸੀਂ ਬੋਲਦੇ ਰਹੇ ਹੋ ਉਹਨਾਂ ਨੂੰ ਭੇਜੋ, ਫਿਰ ਤੁਸੀਂ ਕੌਣ ਹੁੰਦੇ ਹੋ, ਤੁਸੀਂ ਤਾਂ ਬੋਲੇ ਹੀ ਨਹੀਂ ਸਾਡੇ ਵਾਸਤੇ, ਹੁਣ ਤੁਸੀਂ ਵੋਟਾਂ ਮੰਗਣ ਆ ਗਏ ਹੋ। ਸੋ ਬਹੁਤ ਲੰਬੀ ਗੱਲਬਾਤ ਆਪਾਂ ਨਾਲ ਨਾਲ ਕਰਦੇ ਹਾਂ ਜੀ। ਮੈਂ ਹੁਣ ਮੈਂ ਅਗਲੇ ਮੁੱਦੇ ਜਾਣਾ ਚਾਹੁੰਦਾ ਜੋ ਬੀਤੇ ਦਿਨ ਹੀ ਹੋਇਆ ਸੀ, ਜੋ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਇਨਕਾਊਂਟਰ ਹੋਇਆ। ਜੀ। ਮੇਰੇ ਕਈ ਸਵਾਲ ਨੇ, ਮੈਂ ਇਕੱਠੇ ਤੁਹਾਨੂੰ ਪੁੱਛਣਾ, ਤੁਸੀਂ ਜਵਾਬ ਆਪਣੇ ਹਿਸਾਬ ਨਾਲ ਦੇ ਦਿਓ ਕਿ ਇਹ ਜਿਹੜਾ ਇਨਕਾਊਂਟਰ ਸੀਗਾ ਇਹਦੇ ਵਿੱਚ ਉਹਨਾਂ ਨੂੰ ਜਿੰਦੇ ਫੜਿਆ ਜਾ ਸਕਦਾ ਸੀ। ਦੂਜਾ, ਪੰਜਾਬ ਤੋਂ ਬਾਹਰ ਦੇ ਜਿਹੜੇ ਫੜੇ ਗਏ ਨੇ ਉਹ ਜਿੰਦੇ ਫੜੇ ਗਏ ਨੇ, ਪਰ ਇਹ ਪੰਜਾਬ ਦੇ ਵਿੱਚ ਜਿੰਦੇ ਨਹੀਂ ਫੜੇ ਗਏ, ਇੱਥੇ ਇਨਕਾਊਂਟਰ ਹੋ ਗਿਆ। ਇਹ ਦੂਜਾ ਸਵਾਲ ਮੇਰਾ। ਤੀਜਾ, ਜੋ ਇਨਕਾਊਂਟਰ ਹੋ ਗਿਆ ਕਿ ਹੁਣ ਕੁਛ ਅੱਗੇ ਇਸ ਜਿਹੜਾ ਪੂਰਾ ਘਟਨਾਕ੍ਰਮ ਇਹਦੇ ਕੁਛ ਬਚਿਆ ਜਾਂ ਖਤਮ ਹੈ ਸਾਰਾ ਕੁਛ ਹੁਣ ਇਹਨਾਂ ਇਨਕਾਊਂਟਰਾਂ ਦੇ ਨਾਲ ਹੀ? ਜਵਾਬ ਦਿਓ ਤੁਸੀਂ। ਹਾਂਜੀ, ਸਭ ਤੋਂ ਪਹਿਲਾਂ ਤੁਸੀਂ ਇਹ ਕਿਹਾ ਕਿ ਜਿਉਂਦੇ ਫੜੇ ਜਾ ਸਕਦੇ ਸੀ ਜਾਂ ਨਹੀਂ। ਦੇਖੋ, ਪੁਲਿਸ ਜ਼ਿਆਦਾ ਸਿਆਣੀ ਹੈ,
ਪ੍ਰਸ਼ਾਸਨ ਜ਼ਿਆਦਾ ਸਿਆਣਾ ਹੈ, ਉਹਨਾਂ ਦੇ ਕੋਲ ਟੀਮਾਂ ਨੇ, ਉਹਨਾਂ ਨੇ ਟ੍ਰੇਨਿੰਗਸ ਲਈਆਂ ਹੁੰਦੀਆਂ, ਬੜੇ ਲੰਬੇ ਸਮੇਂ ਤੋਂ ਉਹ ਨੌਕਰੀਆਂ ਕਰਦੇ ਆ ਰਹੇ ਆ, ਇਹਨਾਂ ਲੋਕਾਂ ਦੇ ਨਾਲ ਡੀਲ ਵੀ ਕਰਦੇ ਆ ਰਹੇ ਆ, ਮਤਲਬ ਕ੍ਰਿਮੀਨਲ ਮਾਈਂਡਡ ਲੋਕਾਂ ਦੇ ਨਾਲ ਡੀਲ ਕਰਦੇ ਆ ਰਹੇ ਆ। ਬਹੁਤ ਵਾਰੀ ਇਹਨਾਂ ਦਾ ਸਾਹਮਣਾ ਹੁੰਦਾ ਉਹਨਾਂ ਲੋਕਾਂ ਦੇ ਨਾਲ ਜਿਹੜੇ ਕ੍ਰਿਮੀਨਲ ਹੁੰਦੇ ਨੇ, ਅੱਗੋਂ ਵਾਰ ਕਰ ਰਹੇ ਹੁੰਦੇ ਆ, ਉਹਨਾਂ ਨੂੰ ਟੈਕਲ ਕਿਵੇਂ ਕਰਨਾ ਹੈ ਇਹਨਾਂ ਨੂੰ ਸਿਖਾਇਆ ਜਾਂਦਾ ਹੈ, ਇਹਨਾਂ ਦੀ ਟ੍ਰੇਨਿੰਗ ਹੁੰਦੀ ਹੈ। ਪਰ ਜਿਹੜੇ ਐਨਕਾਊਂਟਰ ਨੇ ਨਾ ਪੰਜਾਬ ਦੇ ਨਾਲ, ਇਹਨਾਂ ਦਾ ਬੜਾ ਪੁਰਾਣਾ ਰਿਸ਼ਤਾ ਹੈ। ਇਹ 84 ਤੋਂ ਬਾਅਦ ਸ਼ੁਰੂ ਹੁੰਦੇ ਨੇ ਅਸਲ ਦੇ ਵਿੱਚ। ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਕਸਲਵਾੜੀ ਲਹਿਰ ਜਿਹੜੀ ਸੀ ਉਹਦੇ ਵਿੱਚ ਵੀ ਐਨਕਾਊਂਟਰ ਹੁੰਦੇ ਆ, ਪਰ ਆਪਾਂ ਆਪਣੇ ਸਿੱਖ ਜਾਂ ਪੰਜਾਬ ਦੀ ਗੱਲ ਕਰ ਲੈਂਦੇ ਆ ਕਿ ਐਨਕਾਊਂਟਰ ਜਿਹੜੇ ਨੇ 84 ਤੋਂ ਬਾਅਦ ਸ਼ੁਰੂ ਹੁੰਦੇ ਆ। ਉਹਦੇ ਵਿੱਚ ਬਹੁਤ ਵੱਡੇ ਦੋਸ਼ ਲੱਗਦੇ ਰਹੇ ਪੰਜਾਬ ਪੁਲਿਸ ਦੇ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਜਿਨ੍ਹਾਂ ਦੇ ਵਿੱਚੋਂ KP ਗਿੱਲ, ਸੁਮੇਧ ਸੈਣੀ ਜਾਂ ਫਿਰ ਹੋਰ ਬੜੇ ਵੱਡੇ ਨਾਮ ਸੀ। ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਕਿ ਝੂਠੇ ਮੁਕਾਬਲੇ ਹੁੰਦੇ ਆ ਪੰਜਾਬ ਦੇ ਵਿੱਚ, ਬਹੁਤ ਸਾਰੇ ਨੌਜਵਾਨ ਝੂਠੇ ਮੁਕਾਬਲਿਆਂ ਦੇ ਵਿੱਚ ਮਾਰ ਦਿੱਤੇ ਜਾਂਦੇ ਆ। ਸੋ ਆਪਾਂ ਇੱਕ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਜੇ ਆਪਾਂ ਟੋਟਲ ਉਸ ਵੇਲੇ ਦੇ ਸਮੇਂ ਨੂੰ ਦੇਖਣਾ ਹੋਵੇ ਕਿ ਕਿੰਨਾ ਕੁ ਖਾੜਕੂ, ਗਿਣਤੀ ਦੇ ਵਿੱਚ ਮੈਂ ਇਹ ਸੋਚਦਾ ਕਿ ਕਿੰਨੇ ਕੁ ਖਾੜਕੂ ਪੰਜਾਬ ਦੀ ਧਰਤੀ ਦੇ ਉੱਤੇ ਵਿਚਰ ਰਹੇ ਹੋਣਗੇ। ਆਪਾਂ ਇੱਕ ਸਵਾਲ ਹੀ ਆਪਣੇ ਦਰਸ਼ਕਾਂ ਦੇ ਅੱਗੇ ਰੱਖ ਲੈਂਦੇ, ਚਲੋ ਜਵਾਬ ਵੀ ਨਾਲ ਦਿਆਂਗੇ, ਪਰ ਇਸ ਨੂੰ ਤੁਸੀਂ ਜ਼ਰੂਰ ਸੋਚਣਾ ਕਿ ਕਿੰਨਾ ਕੁ ਖਾੜਕੂ ਜਿਹੜਾ ਪੰਜਾਬ ਦੇ ਵਿੱਚ ਉਸ ਵੇਲੇ ਵਿਚਰਦਾ ਹੋਊਗਾ। 500, 1000, 1500, 2000, 2500, 5000, 10000। ਆਪਾਂ 10000 ਮੈਕਸਿਮਮ ਕਹਿ ਸਕਦੇ ਹਾਂ। 10000 ਕੋਈ ਮਾੜੀ ਮੋਟੀ ਗਿਣਤੀ ਨਹੀਂ ਹੈ। 10000 ਬੰਦਾ ਹਥਿਆਰਾਂ ਸਮੇਤ ਹੋਵੇ ਤਾਂ ਉਹ ਕਿਤੇ ਨਾ ਕਿਤੇ ਕੋਈ ਵੀ ਰੁੱਖ ਪੱਟ ਸਕਦਾ। ਸੋ ਆਪਾਂ ਕੁੱਲ ਮਿਲਾ ਕੇ ਖੁੱਲੇ ਡੁੱਲੇ ਜੋ ਪੁਲਿਸ ਵੀ ਦੱਸਦੀ ਹੈ, ਪ੍ਰਸ਼ਾਸਨ ਬੇਅੰਤ ਸਿੰਘ ਦੇ ਮੁਤਾਬਕ ਵੀ ਕਹਿ ਲਈਏ, ਸੋ 10,000 ਖਾੜਕੂ ਹੋਊਗਾ। ਪਰ ਜਿਹੜੀਆਂ ਗਿਣਤੀਆਂ ਆਉਂਦੀਆਂ ਹੈ ਸਿਰਫ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ 2 ਜ਼ਿਲ੍ਹਿਆਂ ਦੇ ਵਿੱਚ 25,000 ਲਾਸ਼ਾਂ। ਭਾਈ ਜਸਵੰਤ ਸਿੰਘ ਖਾਲੜਾ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ 25,000 ਲਾਸ਼ਾਂ ਦਾ ਵੇਰਵਾ ਜਿਹੜਾ ਹੈਗਾ ਉਹ ਕੱਢਿਆ ਸੀਗਾ। ਮਾਫ ਕਰਨਾ, 14,000 ਇਹਨਾਂ ਦੋਨਾਂ ਜ਼ਿਲ੍ਹਿਆਂ ਦੀਆਂ ਜਿਹੜੀਆਂ ਲਾਸ਼ਾਂ ਦਾ ਵੇਰਵਾ ਕੱਢਿਆ ਸੀ। 25,000 ਟੋਟਲ ਉਹਨਾਂ ਦਾ ਜਿਹੜਾ ਸੀਗਾ ਇੱਕ ਸਬੂਤ ਪ੍ਰੂਫ ਦੇ ਤੌਰ ਤੇ ਇਕੱਠਾ ਕੀਤਾ ਕਿ ਕਿੱਥੇ ਲਾਸ਼ਾਂ ਨੂੰ ਜਲਾਇਆ ਗਿਆ, ਕਿਹੜੇ ਸ਼ਮਸ਼ਾਨ ਘਾਟ ਸੀ, ਉਹ ਸਾਰੀਆਂ ਐਂਟਰੀਆਂ ਕੀਤੀਆਂ ਗਈਆਂ। ਹੁਣ ਆਪਾਂ ਇਹ ਦੇਖੀਏ ਵੀ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਜੇਕਰ 14,000 ਲਾਸ਼ਾਂ ਜਿਹੜੇ ਐਨਕਾਊਂਟਰਾਂ ਦੇ ਵਿੱਚ ਮਾਰੇ ਗਏ ਉਹ ਲੋਕ ਸੀ, ਤਾਂ ਫਿਰ ਬਾਕੀ ਦੇ ਜ਼ਿਲ੍ਹਿਆਂ ਦੇ ਵਿੱਚ ਮਾਝਾ ਤਾਂ ਹਜੇ ਪੂਰਾ ਪਿਆ ਹੋਇਆ। ਅੰਮ੍ਰਿਤਸਰ, ਤਰਨਤਾਰਨ, ਉਹਦੇ ਨਾਲ ਮਾਝਾ, ਗੁਰਦਾਸਪੁਰ, ਬਟਾਲਾ ਜਾਂ ਫਿਰ ਹੋਰ ਕੁਝ ਦੁਆਬੇ ਦੇ ਹੋਣਗੇ, ਕੁਝ ਮਾਲਵੇ ਦੇ ਹੋਣਗੇ, ਸੋ ਹੋਰ ਕੋਈ ਪੰਜਾਬ ਤੋਂ ਬਾਹਰ ਦੇ ਹਰਿਆਣੇ ਦੇ ਵੀ ਖਾੜਕੂ ਹੋਣਗੇ। ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਵੀ ਉਸ ਵੇਲੇ ਜਿਹੜੀ ਜਸਵੰਤ ਸਿੰਘ ਖਾਲੜਾ ਹੋਰਾਂ ਦੀਆਂ ਰਿਪੋਰਟਾਂ ਨੇ ਉਹਦੇ ਮੁਤਾਬਕ 25,000, ਤੇ ਜਿਹੜੇ ਟੋਟਲ ਆਮ ਗੱਲਾਂ ਕਰਦੇ ਨੇ ਸਿੱਖ ਵਿਦਵਾਨ, ਸਿੱਖ ਚਿੰਤਕ ਜਿਹੜੇ ਗੱਲਾਂ ਕਰਦੇ ਨੇ, ਉਹ ਕਹਿੰਦੇ ਤਕਰੀਬਨ 1 ਲੱਖ ਲੋਕ ਜਿਹੜੇ ਨੇ ਉਸ ਵੇਲੇ ਪੰਜਾਬ 'ਚ ਮਾਰੇ ਗਏ। ਇਸ ਕਰਕੇ ਅਸੀਂ ਕਹਿੰਦੇ ਆ ਕਿ ਜਿਹੜੇ ਐਨਕਾਊਂਟਰ ਹੋਣੇ ਆ ਇਹ ਬਹੁਤ ਵੱਡਾ ਘਾਣ ਹੈਗਾ ਪੰਜਾਬੀਅਤ ਦਾ। ਮਤਲਬ ਕਿਸੇ ਦਾ ਵੀ, ਆਪਾਂ ਕਿ ਇਹ ਨਹੀਂ ਕਹਿੰਦੇ ਵੀ ਯੂਪੀ ਦੇ ਵਿੱਚ ਐਨਕਾਊਂਟਰ ਹੋਣ ਉੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਕਿਤੇ ਵੀ ਐਨਕਾਊਂਟਰ ਹੁੰਦਾ ਹੈ ਸਾਨੂੰ ਪ੍ਰੋਬਲਮ ਹੈ, ਕਿਉਂਕਿ ਮਨੁੱਖਤਾ ਸ਼ਰਮਸਾਰ ਹੁੰਦੀ ਹੈ। ਜਿਹੜੇ ਲੋਕ ਐਨਕਾਊਂਟਰਾਂ ਦੇ ਵਿੱਚ ਮਰਦੇ ਨੇ ਉਹਨਾਂ ਨੂੰ ਵੀ ਜ਼ਿੰਦਗੀ ਜਿਹੜੀ ਹੈ ਜਿਉਣ ਦਾ ਹੱਕ ਹੁੰਦਾ ਹੈ। ਅੱਗੇ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਸਾਡੇ ਪੰਜਾਬੀਆਂ ਨੂੰ, ਜਾਂ ਫਿਰ ਕਹੀਏ ਕਿ ਉਹ ਲੋਕ ਜਿਹੜੇ ਐਨਕਾਊਂਟਰ ਚਾਹੁੰਦੇ ਹੁੰਦੇ ਆ, ਹੁਣ ਸਿੱਧੂ ਦੀ ਮੌਤ ਹੁੰਦੀ ਹੈ, ਸਿੱਧੂ ਦਾ ਕਤਲ ਹੁੰਦਾ, ਲੋਕਾਂ ਦੇ ਵਿੱਚ ਇੰਨਾ ਰੋਹ ਸੀ, ਨੌਜਵਾਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ, ਕਿ ਮਾਰ ਦਿਓ, ਕੱਟ ਦਿਓ, ਜਿਹੜੇ ਲੋਕ ਨੇ ਉਹਨਾਂ ਨੂੰ ਠੋਕ ਦਿਓ, ਉਹਨਾਂ ਨੂੰ ਏਦਾਂ ਕਰ ਦਿਓ, ਉਹਨਾਂ ਨੂੰ ਜੀਪਾਂ ਦੇ ਨਾਲ ਬੰਨ੍ਹ ਕੇ ਪਾੜ ਦੇਣਾ ਚਾਹੀਦਾ। ਮਤਲਬ ਇਸ ਤਰ੍ਹਾਂ ਦੇ ਸ਼ਬਦ, ਮਾਫ ਕਰਨਾ ਇਹ ਸ਼ਬਦ ਥੋੜੇ ਸਖਤ ਨੇ, ਪਰ ਇਹ ਸੋਸ਼ਲ ਮੀਡੀਆ ਦੇ ਉੱਤੇ ਚੱਲੇ ਹੋਏ ਸ਼ਬਦ ਨੇ। ਆਪਣੇ ਵਿੱਚ ਇੰਨਾ ਰੋਹ ਭਰ ਦਿੱਤਾ ਜਾਂਦਾ ਹੈ ਕਿ ਉਸ ਰੋਹ ਨੂੰ ਠੰਡਾ ਕਰਨ ਵਾਸਤੇ ਪੁਲਿਸ ਨੂੰ ਪ੍ਰੈਸ਼ਰ ਹੁੰਦਾ ਹੈ। ਪੁਲਿਸ ਤੋਂ ਬਾਅਦ ਫਿਰ ਲੀਡਰ ਜਿਹੜੇ ਨੇ ਉਹ ਵੀ ਪ੍ਰੈਸ਼ਰ ਬਣਾਉਂਦੇ ਨੇ। ਮਤਲਬ ਕਿ ਲੀਡਰਾਂ ਤੇ ਆਪ ਪ੍ਰੈਸ਼ਰ ਹੁੰਦਾ ਵੀ ਭਾਈ ਤੁਸੀਂ ਕੀਤਾ ਕੀ ਹੈ ਉਦੋਂ ਦਾ, ਮਤਲਬ ਐਡਾ ਵੱਡਾ ਕੰਮ ਹੋ ਗਿਆ, ਤੁਸੀਂ ਕੁਝ ਕਰ ਨਹੀਂ ਸਕੇ। ਸੋ ਲੀਡਰ ਜਿਹੜੇ ਨੇ ਅੱਗੋਂ ਪ੍ਰਸ਼ਾਸਨ, ਜਾਣੀ ਕਿ ਪੁਲਿਸ ਅਧਿਕਾਰੀ, ਫਿਰ ਜਿਹੜੀਆਂ ਵੱਖ-ਵੱਖ ਟੀਮਾਂ ਹੁੰਦੀਆਂ, ਤੁਸੀਂ ਬੰਦੇ ਨਹੀਂ ਲੱਭੇ, ਤੁਸੀਂ ਆਹ ਨਹੀਂ ਕੀਤਾ, ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ, ਪਰਿਵਾਰ ਦਾ ਗੁੱਸਾ ਵੱਧਦਾ ਜਾ ਰਿਹਾ। ਮਤਲਬ ਵੱਡੇ ਪੱਧਰ ਦੇ ਉੱਤੇ ਜਦੋਂ ਪ੍ਰੈਸ਼ਰ ਪੈਣਾ, ਉਸ ਤੋਂ ਬਾਅਦ ਫਿਰ ਇਹ ਵੀ ਕਹਿਣਾ ਵੀ ਜਿਹੜੇ ਲੋਕ ਆ ਕੰਮ ਕਰਨਗੇ, ਜਾਣੀ ਕਿ ਪੁਲਿਸ ਅਫਸਰਾਂ ਨੂੰ ਕਹਿਣਾ ਕਿ ਜਿਹੜੇ ਪੁਲਿਸ ਅਫਸਰ ਇਹ ਕੰਮ ਕਰਨਗੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ। ਜਦੋਂ ਆ ਲਾਲਚ, ਉਸ ਤੋਂ ਬਾਅਦ ਪ੍ਰੈਸ਼ਰ ਆ ਜਾਂਦਾ ਤਾਂ ਫਿਰ ਪੁਲਿਸ ਵੀ ਤਰੀਕੇ ਦੇ ਨਾਲ ਜਿਹੜੀ ਆ ਉਹ ਕੰਮ ਕਈ ਵਾਰ ਨਹੀਂ ਕਰਦੀ ਜੋ ਪਹਿਲਾਂ ਦੇਖਿਆ ਗਿਆ। ਮੈਂ ਇਸ ਕੇਸ ਦੀ ਗੱਲ ਨਹੀਂ ਕਰਦਾ, ਇੱਥੇ ਬਾਅਦ ਚ ਆਉਂਦੇ ਆ। ਸੋ ਉਸ ਵੇਲੇ ਫਿਰ ਵੱਡੇ ਇਨਾਮ ਲੈਣ ਕਰਕੇ, ਤਰੱਕੀਆਂ ਲੈਣ ਕਰਕੇ, ਮਾਇਆ ਲੈਣ ਕਰਕੇ ਪੈਸਾ ਦਿੱਤਾ ਜਾਂਦਾ ਸੀ ਉਸ ਵੇਲੇ ਜਿਹੜੇ ਲੋਕ ਖਾੜਕੂਆਂ ਨੂੰ ਮਾਰਦੇ ਸੀਗੇ। ਸੋ ਉਸ ਵੇਲੇ ਪੁਲਿਸ ਵਾਲਿਆਂ ਨੇ ਬਹੁਤ ਜ਼ਿਆਦਾ ਜਿਹੜਾ ਪੈਸਾ ਵੀ ਕਮਾਇਆ, ਪੁਲਿਸ ਵਾਲੇ ਵੀ ਮਰੇ, ਖਾੜਕੂ ਵੀ ਬੜੇ ਵੱਡੇ ਪੱਧਰ ਤੇ, ਇਨੋਸੈਂਟ ਬੱਚੇ ਵੀ ਮਾਰੇ ਗਏ, ਬਜ਼ੁਰਗ ਵੀ ਮਾਰੇ ਗਏ। ਹੁਣ ਇਸ ਕੇਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਵੀ ਇੱਕ ਪ੍ਰੈਸ਼ਰ ਤਾਂ ਜਿਹੜਾ ਸੀਗਾ ਪੁਲਿਸ ਦੇ ਉੱਤੇ ਕਿ ਇੱਕ ਸਾਡਾ ਨੌਜਵਾਨ ਜਿਹੜਾ ਹੈਗਾ ਸਿੱਧੂ, ਉਹਨੂੰ ਮਾਰ ਦਿੱਤਾ ਗਿਆ ਬੜੀ ਬੇਰਹਿਮੀ ਦੇ ਨਾਲ, ਇੱਕ ਕੱਲਾ ਪੁੱਤ ਸੀ ਮਾਪਿਆਂ ਦਾ। ਸੋ ਬਹੁਤ ਗਲਤ ਕੰਮ ਹੈ। ਜੇ ਮੇਰੇ ਸਾਹਮਣੇ ਵੀ ਕੋਈ ਹੋਏ ਤਾਂ ਮੈਨੂੰ ਬਹੁਤ ਗੁੱਸਾ ਹੋਵੇ ਉਹਦੇ ਉੱਤੇ ਕਿ ਭਾਈ ਤੂੰ ਸਾਡਾ ਐਡਾ ਵੱਡਾ ਜਿਹੜਾ ਕਲਾਕਾਰ ਸੀਗਾ ਉਹਨੂੰ ਮਾਰਿਆ ਕਿਵੇਂ। ਮਤਲਬ ਮੇਰੇ ਤੋਂ ਜੋ ਹੋਏ ਮੈਂ ਕਰ ਸਕਦਾ, ਪਰ ਮੈਂ ਇੱਕ ਆਮ ਇਨਸਾਨ ਹਾਂ,
ਮੇਰੀਆਂ ਭਾਵਨਾਵਾਂ ਹੋ ਸਕਦੀਆਂ ਨੇ, ਪਰ ਜਦੋਂ ਪੁਲਿਸ ਦੀ ਗੱਲ ਹੁੰਦੀ ਹੈ, ਪੁਲਿਸ ਭਾਵਨਾਵਾਂ ਦੇ ਨਾਲ ਕੰਮ ਨਹੀਂ ਕਰਦੀ, ਜੋ ਕਿ ਕੀਤਾ ਗਿਆ ਪਹਿਲਾਂ ਪਹਿਲਾਂ। ਪੁਲਿਸ ਭਾਵਨਾਵਾਂ ਦੇ ਨਾਲ ਕੰਮ ਨਹੀਂ ਕਰਦੀ, ਪੁਲਿਸ ਕਰਦੀ ਹੈ ਕਾਨੂੰਨ ਦੇ ਨਾਲ ਕੰਮ। ਕਾਨੂੰਨ ਕੀ ਕਹਿੰਦਾ? ਤੁਹਾਨੂੰ ਅੱਗੇ ਬੈਠਾ ਬੰਦਾ ਗਾਲਾਂ ਕੱਢੀ ਜਾਵੇ ਮਾਵਾਂ ਭੈਣਾਂ ਦੀਆਂ, ਤੁਸੀਂ ਪੁਲਿਸ ਅਫਸਰ, ਐਜ਼ ਪੁਲਿਸ ਅਫਸਰ ਉਹਨੂੰ ਜਵਾਬ ਨਹੀਂ ਦੇਣਾ, ਕਿਉਂਕਿ ਤੁਹਾਨੂੰ ਕਾਨੂੰਨ ਕਹਿੰਦਾ ਕਿ ਤੁਸੀਂ ਆਪਣੀ ਸ਼ਬਦਾਵਲੀ, ਆਪਣੇ ਹੱਥਾਂ ਦੇ ਉੱਤੇ ਕੰਟਰੋਲ ਰੱਖਣਾ ਹੈ। ਉਹ ਸਾਰੀ ਗੱਲਬਾਤ ਹੁੰਦੀ ਹੈ। ਜਦੋਂ ਪੁਲਿਸ ਭਾਵਨਾਵਾਂ ਦੇ ਨਾਲ ਕੰਮ ਕਰਦੀ ਹੈ, ਫਿਰ ਨਜਾਇਜ਼ ਵੀ ਹੁੰਦੀ ਹੈ। ਇਸ ਕੇਸ ਦੇ ਵਿੱਚ ਜਿੱਥੇ ਤੁਸੀਂ ਇਹ ਸਵਾਲ ਕੀਤਾ ਵੀ ਬੰਦੇ ਬਚਾਏ ਜਾ ਸਕਦੇ ਸੀ ਜਾਂ ਨਹੀਂ, ਅੱਜ ਕੱਲ ਦੀਪਨ ਟੈਕਨੀਕ ਇੰਨੀ ਆ ਚੁੱਕੀ ਹੈ ਪੁਲਿਸ ਵਾਲਿਆਂ ਦੇ ਕੋਲ, ਫੋਰਸਿਸ ਦੇ ਕੋਲ, ਕਿ ਬਿਨਾਂ ਮਾਰਨ ਤੋਂ ਬੰਦੇ ਫੜੇ ਜਾ ਸਕਦੇ ਆ। ਜੇ ਤੁਸੀਂ ਘੇਰੇ ਦੀ ਗੱਲ ਕਰਦੇ ਹੋ, ਜੇ ਕਹਿੰਦੇ ਹੋ ਕਿ ਅਸੀਂ ਫਲਾਨੀ ਜਗ੍ਹਾ ਤੇ, ਐਸੇ ਕੇਸ ਬਹੁਤ ਨੇ, ਤੁਸੀਂ ਗੂਗਲ ਤੇ ਸਰਚ ਕਰ ਲਿਓ ਕਿ ਘੇਰਾ ਪਾ ਲਿਆ ਪੁਲਿਸ ਵੱਲੋਂ, 1 ਦਿਨ 2 ਦਿਨ ਹੋਇਆ, 5 ਦਿਨ ਹੋਏ, 10 ਦਿਨ ਹੋਏ, ਗਰਮੀ ਬਾਹਰ ਸੀ, ਪਾਣੀ ਅੰਦਰ ਮਿਲਿਆ ਨਹੀਂ, ਰੋਟੀ ਮਿਲੀ ਨਹੀਂ, ਬੱਤੀ ਕੱਟ ਦਿੱਤੀ ਗਈ, ਮੱਛਰ ਲੜਨ ਲੱਗ ਪਿਆ, ਅੰਦਰ ਜਿਹੜੇ ਲੋਕ ਡੱਕੇ ਹੋਏ ਸੀ, ਅਖੀਰ ਉਹਨਾਂ ਨੇ ਸਰੈਂਡਰ ਕਰ ਦਿੱਤਾ। ਤਕਰੀਬਨ 10 ਦਿਨ ਲੱਗ ਜਾਂਦੇ, 15 ਦਿਨ ਲੱਗ ਜਾਂਦੇ, ਪਰ ਉੱਥੋਂ ਬਾਅਦ ਫਿਰ ਉਹ ਕੜੀਆਂ ਖੁੱਲਣੀਆਂ ਸੀ, ਉਹਨਾਂ ਦੇ ਕੋਲੋਂ ਬਹੁਤ ਕੁਝ ਨਿਕਲਣਾ ਸੀਗਾ। ਜਦ ਕਿ ਇੱਥੇ ਕੀ ਕੀਤਾ ਗਿਆ, 1 ਦਿਨ ਦੇ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ। ਖੈਰ, ਜੋ ਪੁਲਿਸ ਨੂੰ ਚੰਗਾ ਲੱਗਿਆ ਕੀਤਾ, ਪਰ ਮਰਿਆ ਸਿੱਧੂ ਵੀ ਪੰਜਾਬ ਦਾ ਤੇ ਮਰੇ ਇਹ ਵੀ ਨੌਜਵਾਨ ਜਿਹੜੇ ਪੰਜਾਬ ਦੇ ਨੇ। ਇਹਦੇ ਨਾਲ ਦੁੱਖ ਜਿੰਨਾ ਹੈ ਉਸ ਮਾਂ ਨੂੰ ਹੋਇਆ, ਇਹਨਾਂ ਮਾਵਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਦੁੱਖ ਹੋਇਆ। ਸੋ ਕਿੰਨਾ ਕੁ ਕਸੂਰ ਸੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੰਡਿਆਂ ਕਰਨ ਲਈ ਇਹ ਕੰਮ ਜਿਹੜਾ ਹੋਇਆ, ਜਾਂ ਫਿਰ ਜਾਇਜ਼ ਪੁਲਿਸ ਵੱਲੋਂ ਕੀਤਾ ਗਿਆ, ਪਰ ਇਨਸਾਨੀਅਤ ਦੇ ਨਾਲ ਜੇ ਕਹੀਏ ਕਿ ਇਨਸਾਨੀਅਤ ਦਾ ਕਾਨੂੰਨ ਹੈ, ਉਹਦੇ ਤੋਂ ਇਹ ਖਿਲਾਫ ਜਾਂਦਾ ਹੈ। ਜਦੋਂ ਤੁਸੀਂ ਕਿਸੇ ਨੂੰ ਮਾਰਦੇ ਹੋ, ਜਾਨੋਂ ਮਾਰਦੇ ਹੋ, ਠੀਕ ਹੈ, ਤੁਸੀਂ ਸਰੈਂਡਰ ਕਰਨ ਦਾ ਕਿਹਾ ਹੋਊਗਾ, ਉਹ ਕਹਿੰਦੇ ਹੋਣਗੇ ਕਿ ਅਸੀਂ ਨਹੀਂ ਕਰਨਾ, 1 ਦਿਨ ਦੇ ਦਿੰਦੇ, 10 ਦਿਨ ਦੇ ਦਿੰਦੇ, 20 ਦਿਨ ਦੇ ਦਿੰਦੇ, ਅੰਦਰ ਬੈਠੇ ਰਹਿੰਦੇ। ਆਪਣੇ 15-20 ਲੋਕਾਂ ਦੀ ਜ਼ਿੰਮੇਵਾਰੀ ਉੱਥੇ ਲਾਈ ਹੁੰਦੀ, ਕੈਮਰੇ ਲੱਗ ਜਾਂਦੇ, ਅੰਦਰ ਗੈਸਾਂ ਸੁੱਟੀਆਂ ਜਾਂਦੀਆਂ, ਵੱਡੀ ਗੱਲ ਜਿਹੜੀ ਹੈ ਉਹਦੇ ਨਾਲ ਬੇਹੋਸ਼ ਕਰ ਦਿੱਤੇ ਜਾਂਦੇ, ਫਿਰ ਉਹਨਾਂ ਨੂੰ ਫੜ ਲਿਆ ਜਾਣਾ ਸੀਗਾ। ਇਹ ਐਨਕਾਊਂਟਰ ਜਿਹੜਾ ਕੀਤਾ ਗਿਆ, ਉਹਦੇ ਨਾਲ ਉਹਨਾਂ ਮਾਵਾਂ ਦੇ ਉੱਤੇ, ਦਿਲ ਦੇ ਉੱਤੇ ਕੀ ਬੀਤ ਰਹੀ ਹੈ, ਜਿਹੜੀਆਂ ਇਸ ਵੇਲੇ ਰੋ ਰਹੀਆਂ ਨੇ ਥਾਣਿਆਂ ਦੇ ਅੱਗੇ। ਇੱਕ ਦਾ ਸੰਸਕਾਰ ਕਰ ਦਿੱਤਾ ਗਿਆ, ਇੱਕ ਦਾ ਹੋਣ ਵਾਲਾ। ਖੈਰ, ਜਦੀ ਆਹ ਗੱਲ ਜਿਹੜੀ ਹੈ ਐਨਕਾਊਂਟਰ ਦੀ, ਤੁਸੀਂ ਕਿਹਾ ਕਿ ਫੜੇ ਜਾ ਸਕਦੇ ਸੀ, ਉਹਦਾ ਜਵਾਬ ਇਹ ਹੈਗਾ। ਦੂਜਾ ਜਿਹੜਾ ਸਵਾਲ ਤੁਹਾਡਾ ਸੀਗਾ ਕਿ ਪੰਜਾਬੀ ਜਿਹੜੇ ਸੀ ਇਹ ਦੋਨੋਂ ਨੌਜਵਾਨ, ਉਹਨਾਂ ਨੂੰ ਮਾਰਿਆ ਗਿਆ, ਮਤਲਬ ਕਿ ਉਹਨਾਂ ਦਾ ਐਨਕਾਊਂਟਰ ਕੀਤਾ ਗਿਆ, ਜਦਕਿ ਦੂਸਰੇ ਜਿਹੜੇ ਨੇ ਉਹ ਸਖਤ ਸੁਰੱਖਿਆ ਹੇਠ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹ 2 ਨੌਜਵਾਨ, ਜਿਹੜਾ ਇੱਕ ਨੌਜਵਾਨ ਸਾਹਮਣੇ ਆਉਂਦਾ, ਲਾਸ਼ ਸਾਹਮਣੇ ਆਉਂਦੀ ਹੈ, ਪਟਕਾ ਬੰਨਿਆ ਹੋਇਆ ਸਿਰ ਦੇ ਉੱਤੇ, AK-47 ਕੋਲ ਪਈ ਹੋਈ ਹੈ, ਉਹਦੇ ਵੱਲ ਨੂੰ ਮੂੰਹ ਹੈ AK-47 ਨੂੰ। ਇਹ ਵੀ ਹੁਣ ਟਿੱਪਣੀਆਂ ਚੱਲ ਰਹੀਆਂ ਕਿ ਉਹਨੂੰ ਜੰਗਾਲ ਲੱਗਿਆ ਹੋਇਆ ਵਗੈਰਾ ਵਗੈਰਾ। ਖੈਰ, ਅਸੀਂ ਉਧਰ ਨਹੀਂ ਜਾਂਦੇ, ਕਿਉਂਕਿ ਜਿਹੜੇ ਫੈਕਟ ਨੇ ਉਹਨਾਂ ਦੇ ਉੱਤੇ ਗੱਲ ਆਪਾਂ ਕਰਦੇ ਹਾਂ। ਸੋ ਇੱਥੇ ਹੁਣ ਦੋਨੋਂ ਨੌਜਵਾਨ ਜਿਹੜੇ ਨੇ ਉਹ ਪੰਜਾਬ ਦੇ ਨੇ। ਪੰਜਾਬ ਦੇ ਨੌਜਵਾਨ ਜਗਰੂਪ ਰੂਪਾ ਤੇ ਦੂਸਰਾ ਇੱਕ ਮਨੂ ਸੀਗਾ, ਮਨੂ। ਇਹ ਦੋਨੋਂ ਮੁੰਡੇ ਪੰਜਾਬ ਦੇ ਨੇ। ਇਹਨਾਂ ਦਾ ਕਤਲ ਵੀ ਹੋ ਗਿਆ, ਮਤਲਬ ਮਾਫ ਕਰਨਾ, ਇਹਨਾਂ ਦਾ ਐਨਕਾਊਂਟਰ ਵੀ ਹੋ ਗਿਆ, ਪੁਲਿਸ ਵੱਲੋਂ ਇਹਨਾਂ ਨੂੰ ਬਣਦੀ ਸਜ਼ਾ ਵੀ ਦੇ ਦਿੱਤੀ ਗਈ ਹੈ। ਪਰ ਤੁਹਾਨੂੰ ਯਾਦ ਹੋਣਾ, ਜਿਸ ਦਿਨ ਸਿੱਧੂ ਦਾ ਕਤਲ ਹੁੰਦਾ, ਉਸ ਤੋਂ ਬਾਅਦ ਪਹਿਲਾ ਬੰਦਾ ਸੀਗਾ ਲਾਰੈਂਸ ਬਿਸ਼ਨੋਈ। ਉਹਦੇ ਨਾਲ ਫਿਰ ਜਦੋਂ ਗੱਲ ਅੱਗੇ 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 ਵੱਧਦੀ ਤੁਰੀ ਗਈ, ਤਾਂ ਇਹਦੇ ਤਾਰ ਮੁੰਬਈ ਦੇ ਨਾਲ ਜੁੜਦੇ ਰਹੇ ਆ, ਕਿ ਮੁੰਬਈ ਤੋਂ ਵੀ ਸ਼ੂਟਰ ਆਏ ਸੀ। ਉਸ ਤੋਂ ਬਾਅਦ ਹਰਿਆਣੇ ਦੇ ਨਾਲ ਵੀ ਜੁੜਦੇ ਰਹੇ ਆ, ਜਿਹਦੇ ਵਿੱਚ ਇੱਕ ਵੱਡਾ ਨਾਮ ਅੰਕਿਤ ਸਿਰਸਾ, ਜਿਹੜਾ 18 ਸਾਲਾਂ ਦਾ ਨੌਜਵਾਨ ਵੀ ਦੱਸਿਆ ਜਾਂਦਾ। ਮਤਲਬ ਕੁੱਲ ਮਿਲਾ ਕੇ ਆਪਾਂ ਕਹੀਏ ਕਿ ਬਾਹਰਲੇ ਜਿਹੜੇ ਸ਼ੂਟਰ ਸੀ ਉਹ ਮੰਗਾਏ ਗਏ। ਪੁਲਿਸ ਵੀ ਦਾਵਾ ਕਰਦੀ ਰਹੀ ਹੈ, ਟੀਵੀ ਚੈਨਲ ਵੀ ਦਾਵਾ ਕਰਦੇ ਰਹੇ ਆ ਕਿ ਬਾਹਰਲੇ ਜਿਹੜੇ ਸ਼ੂਟਰ ਮੰਗਾਏ ਗਏ ਸੀਗੇ ਇਹਨੂੰ ਸਿੱਧੂ ਨੂੰ ਮਾਰਨ ਵਾਸਤੇ। ਪਰ ਜਦੋਂ ਹੁਣ ਮਾਰਨ ਦੀ ਐਨਕਾਊਂਟਰ ਦੀ ਵਾਰੀ ਆਈ ਹੈ, ਤੇ 2 ਪੰਜਾਬੀ ਨੌਜਵਾਨਾਂ ਦਾ ਜਿਹੜੇ ਇਹਨਾਂ ਦਾ ਗੈਂਗਸਟਰਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ, ਜਦਕਿ ਬਾਹਰਲੀਆਂ ਸਟੇਟਾਂ ਦੇ ਉਹਦੇ ਵਿੱਚ, ਚਾਹੇ ਜੇ ਆਪਾਂ ਲਾਰੈਂਸ ਦੀ ਗੱਲ ਕਰੀਏ, ਹੈ ਤਾਂ ਪੰਜਾਬੀ ਹੈ, ਪਰ ਉਹ ਸਿੱਖ ਨਹੀਂ ਹੈਗਾ। ਆਪਾਂ ਉਸ ਤਰੀਕੇ ਨਾਲ ਉਹਨੂੰ ਦੇਖਦੇ ਹਾਂ। ਦੂਸਰੇ ਪਾਸੇ ਅੰਕਿਤ ਸਿਰਸਾ ਵੀ ਬਾਹਰਲਾ, ਜਾਂ ਤਿਵਾੜੀ ਨਾਂ ਇੱਕ ਆਇਆ ਸੀਗਾ, ਉਹ ਵੀ ਮੁੰਬਈ ਦਾ, ਜਾਂ ਫਿਰ ਹੋਰ ਜਿਹੜੇ ਸ਼ੂਟਰ ਸੀਗੇ, ਮਤਲਬ ਉਹ ਵੀ ਪੰਜਾਬ ਤੋਂ ਬਾਹਰ ਦੇ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਜਾਂ ਫਿਰ ਉਹ ਗ੍ਰਿਫਤਾਰ ਹੋ ਜਾਂਦੇ ਨੇ। ਇਹ ਨਹੀਂ ਹੁਣ ਪਤਾ ਵੀ ਇਹ ਹੋਇਆ ਕਿਵੇਂ ਆ। ਬਾਕੀ ਉਹਨਾਂ ਨੇ ਗ੍ਰਿਫਤਾਰੀ ਦੇ ਦਿੱਤੀ, ਹੱਥ ਖੜੇ ਕਰ ਦਿੱਤੇ ਕਿ ਸਾਨੂੰ ਗ੍ਰਿਫਤਾਰ ਕਰ ਲਓ। ਹੋ ਸਕਦਾ ਇਹਨਾਂ ਨੇ ਕਿਹਾ ਹੋਵੇ ਵੀ ਅਸੀਂ ਗ੍ਰਿਫਤਾਰੀ ਨਹੀਂ ਦੇਣੀ, ਅਸੀਂ ਤੁਹਾਡਾ ਮੁਕਾਬਲਾ ਕਰਾਂਗੇ। ਇਹ ਫੈਕਟ ਵੀ ਹੈਗਾ, ਆਪਾਂ ਇਹਨੂੰ ਵੀ ਝੂਠਾ ਨਹੀਂ ਕਰ ਸਕਦੇ। ਪਰ ਹੁਣ ਜੋ ਸਿਚੁਏਸ਼ਨ ਆਲ ਦੀ ਅਰਾਊਂਡ ਬਣਦੀ ਜਾ ਰਹੀ ਹੈ ਜਾਂ ਬਣੀ ਹੈ, ਉਹਦੇ ਵਿੱਚ ਇਹੀ ਆਇਆ ਕਿ ਨੌਜਵਾਨ ਪੰਜਾਬ ਦੇ ਮਰੇ ਨੇ, ਤੇ ਉਹ ਜਿਹੜੇ ਲੋਕ ਸੀ ਬਾਹਰਲੇ, ਉਹਨਾਂ ਨੂੰ ਸਖਤ ਸੁਰੱਖਿਆ ਹੇਠ ਪੇਸ਼ੀਆਂ ਤੇ ਲਿਆਂਦਾ ਜਾਂਦਾ ਹੈ, ਉਹ ਅੰਦਰ ਨੇ। ਤੇ ਜੇ ਇਹ 2 ਨੌਜਵਾਨ ਮੰਨਿਆ ਜਾਂਦਾ ਵੀ ਇਹ ਮੇਨ ਸੀ, ਇਹਨਾਂ ਵੱਲੋਂ ਕਤਲ ਕੀਤਾ ਗਿਆ, ਤਾਂ ਇਹ ਤਾਂ ਮਰ ਚੁੱਕੇ ਨੇ। ਇਹਨਾਂ ਤੋਂ ਹੁਣ ਅੱਗੇ ਪ੍ਰੂਫ ਨਹੀਂ ਨਿਕਲਨੇ, ਸਬੂਤ ਨਹੀਂ ਨਿਕਲਨੇ। ਗੋਲਡੀ ਬਰਾੜ ਜਿਹੜਾ ਨਿਤ ਦਿਨ ਬੈਠ ਕੇ ਬਾਹਰਲੇ ਦੇਸ਼ਾਂ ਦੇ ਵਿੱਚ, ਜਾਂ ਪਤਾ ਨਹੀਂ ਉਹ ਇੰਡੀਆ ਦੇ ਵਿੱਚ ਹੀ ਹੋਵੇ, ਕਿਉਂਕਿ ਅੱਜ ਕੱਲ ਸਿਮਸ ਲਈਆਂ ਜਾਂਦੀਆਂ, ਸਿਮਾਂ ਹੁੰਦੀਆਂ ਨਾ ਮੋਬਾਈਲ ਦੀਆਂ, ਉਹ ਜਿੱਥੋਂ ਮਰਜ਼ੀ ਮੰਗਵਾ ਲਓ। ਬਾਹਰਲੇ ਦੇਸ਼ਾਂ 'ਚ ਫ੍ਰੀ ਸਿਮਾਂ ਮਿਲਦੀਆਂ, ਜਿਹੜੀਆਂ ਮਰਜ਼ੀ ਲਿਆ ਕੇ ਉਹਨੂੰ ਰੋਮਿੰਗ ਦੇ ਵਿੱਚ ਪਾ ਕੇ ਤੇ ਉਹਨੂੰ ਚਲਾਈ ਜਾਓ, ਭਾਵੇਂ ਜਿੱਥੇ ਮਰਜ਼ੀ ਬੈਠਿਆ ਹੋਇਆ। ਸੋ ਹੋ ਸਕਦਾ ਉਹ ਪੰਜਾਬ ਜਾਂ ਫਿਰ ਇੰਡੀਆ ਦੇ ਵਿੱਚ ਹੀ ਬੈਠਾ ਹੋਵੇ, ਜਿਹਦਾ ਨਾਮ ਲਿਆ ਜਾ ਰਿਹਾ ਕੈਨੇਡਾ, ਕਿਉਂਕਿ ਉਹ ਠੋਕ ਕੇ ਇਹ ਗੱਲ ਜਿਹੜਾ 2-3 ਵਾਰੀ ਕਹਿ ਚੁੱਕਿਆ, ਮੈਂ ਕੈਨੇਡਾ ਬੈਠਾ।
ਪਰ ਕੈਨੇਡਾ ਹੁਣ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਉਹ ਅਫਗਾਨਿਸਤਾਨ ਹੈ, ਪਾਕਿਸਤਾਨ ਹੈ ਜਾਂ ਇੰਡੀਆ ਜਿੱਥੇ ਬੰਦਾ ਲੱਭਦਾ ਨਹੀਂ। ਕੈਨੇਡਾ ਤੇ ਇੱਕ ਐਸੀ ਧਰਤੀ ਹੈ ਜਿਹੜਾ ਬੰਦਾ ਕ੍ਰਿਮੀਨਲ ਹੈਗਾ ਉਹਨੂੰ ਝੱਟ ਲੱਭ ਲਿਆ ਜਾਂਦਾ ਹੈ, ਖਾਸ ਤੌਰ ਦੇ ਉੱਤੇ ਜਦੋਂ ਉਹਦੇ ਤਾਰ ਅੰਤਰਰਾਜੀ ਸਰਗਰਮੀਆਂ ਦੇ ਨਾਲ ਜੁੜਦੇ ਹੋਣ, ਫਿਰ ਤਾਂ ਉਹਨੂੰ ਝੱਟ ਲੱਭ ਲਿਆ ਜਾਂਦਾ। ਜੇ ਉਹ ਕੈਨੇਡਾ ਦੇ ਵਿੱਚ ਬੈਠਾ ਹੋਇਆ ਤੇ ਹੁਣ ਤੱਕ ਲੱਭਿਆ ਕਿਉਂ ਨਹੀਂ ਉੱਥੋਂ ਬੈਠਾ, ਉਹ ਇਹ ਵੀ ਕਹਿ ਰਿਹਾ ਕਿ ਮੈਂ ਬੰਦੇ ਮਾਰੇ ਆ, ਮੈਂ ਮਾਰੂੰਗਾ, ਹੋਰਾਂ ਨੂੰ ਮਾਰਾਂਗਾ, ਧਮਕੀਆਂ ਆ ਰਹੀਆਂ, ਸਿੱਧੇ ਤੌਰ ਤੇ ਉਹ ਜਿਹੜਾ ਐਕਸੈਪਟ ਕਰ ਰਿਹਾ ਇਹਨਾਂ ਚੀਜ਼ਾਂ ਨੂੰ, ਫਿਰ ਉਹ ਬੰਦਾ ਕਿਵੇਂ ਨਹੀਂ ਫੜਿਆ ਜਾਂਦਾ। ਇਸ ਦੇ ਆਪੋਜ਼ਿਟ ਆਪਾਂ ਜਦੋਂ ਗੱਲ ਕਰਦੇ ਹਾਂ, ਸਿੱਖ ਜਿਹੜੇ ਖਾੜਕੂ ਨੇ ਉਹਨਾਂ ਨੂੰ ਵਿਦੇਸ਼ਾਂ ਚੋਂ ਲਿਆਂਦਾ ਗਿਆ ਟ੍ਰੀਟੀਆਂ ਤਹਿਤ। ਇੰਡੀਆ ਦੀ ਟ੍ਰੀਟੀ ਹੁੰਦੀ ਉਹਨਾਂ ਮੁਲਕਾਂ ਦੇ ਨਾਲ, ਸੋ ਦੇ ਦਿੰਦੇ ਨੇ ਬੰਦਾ ਵੀ ਆਹ ਬੰਦਾ ਹੈਗਾ, ਤਾਂ ਇਹਨੂੰ ਇਹਦੀ ਛਾਣਬੀਣ ਕਰੋ ਤੇ ਬੰਦਾ ਵਾਪਸ ਭੇਜੋ। ਇਹਦੇ ਵਿੱਚ ਭਾਈ ਜਗਤਾਰ ਸਿੰਘ ਤਾਰਾ ਥਾਈਲੈਂਡ ਤੋਂ ਲਿਆਂਦਾ ਗਿਆ, ਅਮਰੀਕਾ ਤੋਂ ਲਿਆਂਦਾ ਗਿਆ, ਦਿਆਲ ਸਿੰਘ ਲਾਹੌਰੀਆ ਜਰਮਨੀ ਤੋਂ ਲਿਆਂਦਾ ਗਿਆ, ਪ੍ਰੋਫੈਸਰ ਭੁੱਲਰ। ਸੋ ਮਤਲਬ ਜੇ ਉਹ ਲਿਆਂਦੇ ਜਾ ਸਕਦੇ ਆ, ਫਿਰ ਗੋਲਡੀ ਬਰਾੜ ਕਿਉਂ ਨਹੀਂ? ਇਹਦੇ ਵਿੱਚ ਵੀ ਹੁਣ ਇੱਕ ਵੱਡੇ ਜਿਹੜੇ ਸਵਾਲ ਹੈਗੇ ਆ ਉਹ ਆ ਜਾਂਦੇ ਆ। ਮਤਲਬ ਇਹ ਗੱਲ ਜਿਹੜੀ ਹੈ ਸਾਫ਼ ਕਲੀਅਰ ਹੁੰਦੀ ਹੈ ਕਿ ਜੋ ਸਿਚੁਏਸ਼ਨ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ, ਜਿਹਦੇ ਨਾਲ ਪੰਜਾਬੀ ਕਿਤੇ ਨਾ ਕਿਤੇ ਸੋਚਣ ਨੂੰ ਮਜਬੂਰ ਹੋ ਰਿਹਾ ਵੀ ਭਾਈ ਜਦੋਂ ਮੁਕਾਬਲੇ ਦੀ ਵਾਰੀ ਆਈ ਹੈ, ਉਦੋਂ ਸਾਡੇ ਨੌਜਵਾਨ, ਜਦੋਂ ਐਨਕਾਊਂਟਰ ਦੀ ਵਾਰੀ ਆਈ ਹੈ, ਅੰਕਿਤ ਸਿਰਸੇ ਵਰਗੇ ਜਾਂ ਦੂਜੇ ਤਵਾੜੀ ਤਬੂੜੀ ਜਿਹੜੇ ਵੀ ਹੈਗੇ ਸੀਗੇ ਬਾਹਰਲੀਆਂ ਸਟੇਟਾਂ ਦੇ, ਸੋ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ। ਜੇਲ੍ਹਾਂ ਦੇ ਵਿੱਚ ਹੁਣ ਪਤਾ ਨਹੀਂ ਕਿਹੋ ਜਿਹੀ ਟ੍ਰੀਟਮੈਂਟ ਮਿਲਦੀ ਹੈ, ਕਿਉਂਕਿ ਇਹ ਮੈਂ ਕਿਉਂ ਕਹਿ ਰਿਹਾ, ਹਰਜੋਤ ਬੈਂਸ ਆਮ ਆਦਮੀ ਪਾਰਟੀ ਦੇ, ਜਿਨ੍ਹਾਂ ਨੇ ਵਿਧਾਨ ਸਭਾ 'ਚ ਪਿਛਲੇ ਦਿਨੀ ਇਹ ਗੱਲ ਜਿਹੜੀ ਹੈ ਕਹੀ ਹੈ ਕਿ ਇੱਕ ਦੂਸਰੀ ਸਟੇਟ ਦਾ ਜਿਹੜਾ ਵੱਡਾ ਗੈਂਗਸਟਰ ਸੀਗਾ ਉਹਨੂੰ ਪਟਿਆਲੇ ਜੇਲ੍ਹ ਦੇ ਵਿੱਚ ਐਸ਼ੋ ਆਰਾਮ ਦੀ ਜ਼ਿੰਦਗੀ ਕੱਟਣ ਲਈ ਰੱਖਿਆ ਗਿਆ। ਉਹਦੀ ਪਤਨੀ ਜਿਹੜੀ ਹੈ ਉਹ ਵੀ ਉਹਦੇ ਨਾਲ ਰਹਿੰਦੀ ਰਹੀ, ਬਹੁਤ ਸਾਰੇ ਹੋਰ ਉਹਨੂੰ ਸੁਵਿਧਾਵਾਂ ਵੀ ਦਿੱਤੀਆਂ ਗਈਆਂ। ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਕਿ ਹੋ ਸਕਦਾ ਹੈ ਇਹੋ ਜਿਹੀ ਟ੍ਰੀਟਮੈਂਟ ਇਹਨਾਂ ਨੂੰ ਵੀ ਮਿਲਦੀ ਹੋਵੇ, ਕਿਉਂਕਿ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਭਾਈ ਅਵਤਾਰ ਸਿੰਘ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਜਿਹੜਾ ਲਾਰੈਂਸ ਬਿਸ਼ਨੋਈ ਹੈ ਕਿਤੇ ਨਾ ਕਿਤੇ ਬੀਜੇਪੀ ਦਾ ਕਰੀਬੀ ਹੈਗਾ। ਸੋ ਜੇ ਇਹ ਗੱਲ ਵੀ ਸੱਚੀ ਹੈ ਤਾਂ ਫਿਰ ਉਹਨੂੰ ਟ੍ਰੀਟ ਜਿੱਦਾਂ ਦੀ ਅੰਦਰ ਮਿਲ ਰਹੀ ਹੋਊਗੀ ਉਹ ਤਾਂ ਸਾਰੇ ਜਾਣਦੇ ਨੇ। ਬਖਤਰਬੰਦ ਗੱਡੀਆਂ ਵਿੱਚ 50-50 ਆਲੇ ਦੁਆਲੇ ਗਾਰਡ ਜਿਹੜੇ ਹੁੰਦੇ ਨੇ ਜਦੋਂ ਉਹਦੀ ਪੇਸ਼ੀ ਹੁੰਦੀ ਹੈ। ਸੋ ਇੱਕ ਵੱਡਾ ਆਪਾਂ ਕਹਿ ਲਈਏ ਕਿ ਇੱਕ ਵੱਡੇ ਲੀਡਰ ਵਾਂਗੂ ਉਹ ਆਉਂਦਾ ਹੈ, ਲੀਡਰ ਵਾਂਗੂ ਪੇਸ਼ੀ ਦੇ ਕੇ ਚਲਿਆ ਜਾਂਦਾ ਹੈ। ਅੰਦਰ ਬਹਿ ਕੇ ਉਹ ਇਹ ਦਾਅਵਾ ਕਰਦਾ ਵੀ ਮੈਂ ਮਾਰਿਆ, ਅਸੀਂ ਸਲਮਾਨ ਖਾਨ ਨੂੰ ਵੀ ਮਾਰਾਂਗੇ। ਉਸ ਤੋਂ ਬਾਅਦ ਗੋਲਡੀ ਬਰਾੜ ਵੀ ਇਹ ਗੱਲਾਂ ਕਰਦਾ ਵੀ ਮੈਂ ਫਲਾਨਾ ਵੀ ਮਾਰ ਦਿੱਤਾ, ਹੁਣ ਮੈਂ ਇਹਨੂੰ ਵੀ ਮਾਰਾਂਗਾ, ਅਸੀਂ ਆਹ ਕਰਾਂਗੇ, ਉਹ ਕਰਾਂਗੇ, ਪਰ ਉਹਨਾਂ ਨੂੰ ਨਹੀਂ ਫੜਿਆ ਜਾਂਦਾ। ਇਹ ਹੁਣ ਪੁਲਿਸ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਨਹੀਂ ਹੈ ਕਿ ਗੋਲਡੀ ਬਰਾੜ ਹੋਰ ਕਤਲ ਕਰਵਾ ਸਕਦਾ ਹੈ, ਲਾਰੈਂਸ ਅੰਦਰ ਬੈਠਾ ਹੋਰ ਕਤਲ ਕਰਵਾ ਸਕਦਾ ਹੈ, ਅੰਕਿਤ ਸਿਰਸਾ ਜਿਹੜੇ 18 ਸਾਲ ਦੀ ਉਮਰ ਦੇ ਵਿੱਚ ਹੀ ਐਡੇ ਵੱਡੇ ਬੰਦੇ ਦਾ ਕਤਲ ਕਰ ਦਿੱਤਾ, ਉਹਦਾ ਹੱਥ ਨਹੀਂ ਕੰਬਿਆ, ਦਿਲ ਨਹੀਂ ਕੰਬਿਆ, ਉਹ ਹੋਰ ਕਿੰਨੇ ਕਤਲ ਕਰੂਗਾ? ਇਹ ਲੋਕ ਖਤਰਨਾਕ ਨਹੀਂ ਹੈਗੇ? ਮਤਲਬ ਹੁਣ ਸਵਾਲ ਸਾਡੇ ਇਹ ਬਣਦੇ ਨੇ। ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਗੁੰਝਲਦਾਰ ਬਣਿਆ ਹੋਇਆ ਜੀ। ਦਲਜੀਤ ਸਿੰਘ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਹੈ, ਤੇ ਉਹ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਡਾਕਟਰ ਭੀਮ ਰਾਓ ਅੰਬੇਦਕਰ ਤੇ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ। ਉਹ ਇਸ ਵਿਚਾਰਧਾਰਾ ਨਾਲ ਪੰਜਾਬ ਦੇ ਨਾਲ ਅੱਗੇ ਵਧਣਾ ਚਾਹੁੰਦੇ ਨੇ, ਤੇ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਨੇ ਭਗਤ ਸਿੰਘ ਨੂੰ ਅੱਤਵਾਦੀ ਤਾਂ ਕਹਿ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਚੁੱਕਿਆ ਹੈ। ਬਾਕੀ ਸਾਰਾ ਕੁਝ ਆਸੇ-ਪਾਸੇ ਹੋ ਗਿਆ, ਹੁਣ ਬਸ ਵਿਵਾਦ ਹੀ ਰਹਿ ਗਿਆ। ਇੱਕ ਪਾਸੇ ਸਿਮਰਜੀਤ ਸਿੰਘ ਮਾਨ, ਭਗਵੰਤ ਮਾਨ ਨੇ ਬਿਆਨ ਲੈ ਕੇ, ਦੂਜੇ ਪਾਸੇ ਆਮ ਆਦਮੀ ਪਾਰਟੀ ਪੂਰੀ ਦੀ ਪੂਰੀ ਖੜੀ ਹੈ ਇਸ ਬਿਆਨ ਨੂੰ ਲੈ ਕੇ। ਤਾਂ ਸਾਰੇ ਪਾਸੇ ਇਹੀ ਚਰਚਾ ਹੋ ਰਹੀ ਹੈ ਸਿਮਰਜੀਤ ਸਿੰਘ ਮਾਨ ਦੇ ਬਿਆਨ ਦੀ, ਜੋ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੇ। ਇਹ ਸਾਰੇ ਬਿਆਨ ਨੂੰ ਤੇ ਇਸ ਬਿਆਨ ਦੇ ਵਿਰੋਧ ਨੂੰ, ਸਾਰੇ ਘਟਨਾਕ੍ਰਮ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਜਿਹੜੇ ਸਖਤ ਸ਼ਬਦਾਂ ਦੇ ਵਿੱਚ ਤੇ ਸਿੱਧੇ ਸ਼ਬਦਾਂ ਦੇ ਵਿੱਚ ਮੈਂ ਇਹ ਕਹਿਣਾ ਕਿ ਇਹ ਜੋ ਵੀ ਵਰਤਾਰਾ ਇਸ ਵੇਲੇ ਪੰਜਾਬ 'ਚ ਚੱਲ ਰਿਹਾ ਬੇਲੋੜ ਹੈ, ਇਹਦੀ ਕੋਈ ਲੋੜ ਨਹੀਂ। ਪੰਜਾਬ ਦੇ ਬਹੁਤ ਵੱਡੇ ਜਿਹੜੇ ਮਸਲੇ ਪਏ ਨੇ ਜੋ ਆਮ ਆਦਮੀ ਪਾਰਟੀ ਦੇ ਉੱਤੇ ਜ਼ਿੰਮੇਵਾਰੀਆਂ, ਉਹਨਾਂ ਨੂੰ ਇਹ ਮਸਲਾ ਜਿਹੜਾ ਹੈ ਇਹਦੇ ਵੱਲ ਜਿਹੜਾ ਆਪਣਾ ਜ਼ੋਰ ਪੈਸਾ ਖਰਚ ਕਰਨ ਨਾਲੋਂ, ਫਿਜ਼ੀਕਲੀ ਜਾਂ ਫਿਰ ਮੈਂਟਲੀ ਤੌਰ ਤੇ ਉੱਤੇ ਆਪਣੇ ਆਪ ਨੂੰ ਜਿਹੜਾ ਹੈ ਇੱਧਰ ਲਾਉਣ ਨਾਲੋਂ ਪੰਜਾਬ ਦੇ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਸੀ, ਜੋ ਕਿ ਉਹਨਾਂ ਨੇ ਨਹੀਂ ਦਿੱਤਾ। ਉਹਨਾਂ ਦਾ ਸਾਰਾ ਜ਼ੋਰ ਲੱਗ ਗਿਆ ਇਸ ਮਸਲੇ ਨੂੰ ਉਭਾਰਨ ਦੇ ਵਿੱਚ, ਜਿਹਦੇ ਵਿੱਚ ਉਹਨਾਂ ਦਾ ਸਾਥ ਜਿਹੜਾ ਪੰਜਾਬ ਦੇ ਮੀਡੀਆ ਨੇ ਵੀ ਵੱਡੇ ਪੱਧਰ ਦੇ ਉੱਤੇ ਦਿੱਤਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੁਸੀਂ ਦੇਖਿਆ ਹੋਣਾ ਕਿ ਉਹ ਇੱਕ ਮੀਟਿੰਗ ਹੁੰਦੀ ਹੈ, ਮੀਤ ਹੇਰ ਹੋਰੀ ਕਰਦੇ ਨੇ ਉਹ ਮੀਟਿੰਗ, ਕਿ ਭਗਤ ਸਿੰਘ ਹੋਰਾਂ ਨੂੰ ਜਿਹੜਾ ਹੈ ਉਹ ਇਸ ਤਰ੍ਹਾਂ ਕਹਿ ਦਿੱਤਾ ਗਿਆ, ਅੱਤਵਾਦੀ ਕਹਿ ਦਿੱਤਾ ਗਿਆ, ਤੇ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਤੇ ਆਪਾਂ ਕੋਰਟ 'ਚ ਜਾਵਾਂਗੇ ਜੇਕਰ ਮਾਫੀ ਨਹੀਂ ਮੰਗਦੇ। ਚਲੋ ਇੱਥੇ ਤੱਕ ਵੀ ਠੀਕ ਸੀ ਵੀ ਇੱਕ ਸਟੰਟਬਾਜ਼ੀ ਹੁੰਦੀ ਹੈ, ਇੱਕ ਸਟੰਟਬਾਜ਼ੀ ਹੁੰਦੀ ਹੈ, ਵਿਰੋਧੀਆਂ ਵੱਲੋਂ ਉਹ ਕੀਤੀ ਜਾਂਦੀ ਹੈ। ਪਰ ਹੁਣ ਜਦੋਂ ਅੱਗੇ ਵੱਧ ਗਿਆ ਇਹ ਕੰਮ, ਹਰ ਇੱਕ ਮੀਡੀਆ ਚੈਨਲ ਵੱਲੋਂ ਕਿਸ ਤਰੀਕੇ ਦੇ ਨਾਲ ਉਸ ਨੂੰ ਤੂਲ ਦਿੱਤੀ ਗਈ, ਉਸ ਨੂੰ ਵਧਾਇਆ ਗਿਆ। ਹਰ ਵੇਲੇ ਤੁਸੀਂ ਦੇਖਿਆ ਹੋਣਾ, ਜੇਕਰ ਤੁਸੀਂ ਨਹੀਂ ਦੇਖਿਆ ਹੁਣ ਤੱਕ, ਕਿਸੇ ਨੇ ਨਹੀਂ ਦੇਖਿਆ, ਜੇਕਰ ਮੇਰੀਆਂ ਗੱਲਾਂ ਤੁਹਾਨੂੰ ਲੱਗਦੀਆਂ ਹੁਣ ਵੀ ਫੋਕੇ ਦਾਅਵੇ ਆ, ਤਾਂ ਤੁਸੀਂ ਇਹ ਪੰਜਾਬੀ ਦੇ ਮੀਡੀਆ ਚੈਨਲ ਨੇ, ਇਹਨਾਂ ਦੇ ਫੇਸਬੁੱਕ, YouTube ਦੇ ਉੱਤੇ ਜਾ ਕੇ ਦੇਖ ਲਓ। ਬਹੁਤ ਸਾਰਾ ਮਟੀਰੀਅਲ ਕੰਟੈਂਟ ਇਹਨਾਂ ਨੇ ਇਸੇ ਮਸਲੇ ਦੇ ਉੱਤੇ ਤਕਰੀਬਨ 4-5 ਦਿਨ ਤੋਂ ਪੈਂਦਾ ਆ ਰਿਹਾ, ਪਾਉਂਦੇ ਆ ਰਹੇ ਨੇ। ਸੋ ਉਹਦੇ ਨਾਲ ਕੀ ਹੁੰਦਾ ਹੈ,
ਇੱਕ ਵੇਵ ਬਣਦੀ ਹੁੰਦੀ ਹੈ, ਕਿਉਂਕਿ ਮੀਡੀਆ ਦਾ ਕੰਮ ਵੇਵ ਬਣਾਉਣਾ ਹੁੰਦਾ ਹੈ। ਜੇ ਉਹ ਚਾਹਵੇ ਤਾਂ ਬਣਾ ਸਕਦੀ ਹੈ, ਜੇ ਚਾਹਵੇ ਤਾਂ ਉਹਨੂੰ ਸਾਰਥਕ ਤਰੀਕੇ ਨਾਲ ਮੀਡੀਆ ਨੂੰ ਵਰਤ ਕੇ ਮਾਹੌਲ ਨੂੰ ਸ਼ਾਂਤ ਵੀ ਕੀਤਾ ਜਾ ਸਕਦਾ ਹੁੰਦਾ ਹੈ। ਪਰ ਪੰਜਾਬ ਦੇ ਮੀਡੀਆ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਵੱਲੋਂ ਤੂਲ ਦਿੱਤੀ ਗਈ, ਇਸ ਮਸਲੇ ਨੂੰ ਉਛਾਲਿਆ ਗਿਆ। ਹੁਣ ਆਮ ਆਦਮੀ ਪਾਰਟੀ ਦੇ ਨਾਲ ਕਿਸ ਤਰੀਕੇ ਦੇ ਨਾਲ ਇਸ ਮਸਲੇ ਦੇ ਉੱਤੇ ਇਹਨਾਂ ਦੀ ਅੰਡਰਸਟੈਂਡਿੰਗ ਸੀ ਕਿ ਇਹਨੂੰ ਕਿਵੇਂ ਚੱਕਣਾ, ਇਹ ਇਹੀ ਜਾਣਦੇ ਨੇ। ਪਰ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਮਸਲੇ ਨੂੰ ਉਭਾਰਿਆ ਗਿਆ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਤਣਾਅ ਜਿਹੜਾ ਹੈ ਉਹ ਪੈਦਾ ਹੋਇਆ। ਉਸ ਤੋਂ ਬਾਅਦ ਜਸਵੰਤ ਸਿੰਘ ਭਾਟਾ ਨਾਂ ਦੇ ਇੱਕ ਬੰਦੇ ਨੇ ਕਿਹਾ ਕਿ ਪੱਗ ਲਾ ਕੇ ਲਿਆਓ, ਛਿੱਤਰ ਮਾਰੋ ਜਾ ਕੇ ਉਹਨੂੰ ਮਾਨ ਨੂੰ। ਉਸ ਤੋਂ ਬਾਅਦ ਉਹਨੇ ਦੰਗੇ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਪੰਜਾਬ ਦੇ ਵਿੱਚ ਆਪਣੇ ਗਲਤ ਬਿਆਨੀ ਦੇ ਨਾਲ। ਹੁਣ ਉਹ ਬੰਦੇ ਦੇ ਪਿੱਛੇ ਕੌਣ ਹੈ, ਇਹ ਵੀ ਇੱਕ ਸਵਾਲ ਹੈ, ਇੱਕ ਚਿੰਤਾ ਦਾ ਵਿਸ਼ਾ ਵੀ ਹੈ ਕਿ ਪੰਜਾਬ 'ਚ ਵੀ ਐਸੇ ਲੋਕ ਅੱਜ ਪੈਦਾ ਕਰ ਦਿੱਤੇ ਗਏ ਨੇ ਕਿ ਜਿਹੜੇ ਦੰਗੇ ਕਰਵਾਉਣ ਨੂੰ ਵੀ ਤਿਆਰ ਨੇ। ਅੱਜ ਤਾਂ ਟਾਲਾ ਵੱਟਿਆ ਗਿਆ ਜਾਂ ਹੋ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਐਸਾ ਉਭਾਰ ਕੇ ਹੋ ਸਕਦਾ ਦੰਗੇ ਜਿਹੜੇ ਆ ਉਹ ਕਰਵਾਏ ਜਾ ਸਕਣ ਜਾਂ ਹੋ ਜਾਣ। ਕਿਉਂਕਿ ਉਸ ਬੰਦੇ ਦੀ ਜੇਕਰ ਵਾਰਡਿੰਗ ਤੇ ਆਪਾਂ ਪਹਿਲਾਂ ਗੱਲ ਕਰ ਲਈਏ, ਉਹ ਬੰਦੇ ਨੇ ਦੇਖੋ ਕਿਦਾਂ ਉਕਸਾਉਣ ਦੇ ਮਾਰੇ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਜੇ ਅੱਜ ਅੰਬੇਡਕਰ ਸਾਹਿਬ ਬਾਰੇ ਕੁਝ ਕਿਹਾ ਹੁੰਦਾ ਤਾਂ ਉਹਨਾਂ ਦੇ ਜਿਹੜੇ ਸਮਰਥਕ, ਉਹਨਾਂ ਦੇ ਫੈਨ ਫਾਲੋਅਰ ਜਾਂ ਉਹ ਦਲਿਤ ਭਰਾਵਾਂ ਦੀ ਗੱਲ ਕਰਦਾ ਸੀ, ਮੈਂ ਤੁਹਾਨੂੰ ਸਿੱਧੇ ਤੌਰ ਤੇ ਦੱਸ ਦੇਣਾ ਕਿ ਉਹਨਾਂ ਨੇ ਫਿਰ ਕੀ ਹਸ਼ਰ ਕਰਨਾ ਸੀ। ਉਸ ਤੋਂ ਬਾਅਦ ਉਹਨੇ ਕਿਹਾ ਕਿ ਹੋਰ ਕਿਸੇ ਦੇ ਨਾਲ, ਕਿਸੇ ਜਾਤ ਬਰਾਦਰੀ ਦੇ ਨਾਲ, ਕਿਸੇ ਧਰਮ ਦਾ ਮਸਲਾ ਹੁੰਦਾ ਤਾਂ ਉਹਨਾਂ ਨੇ ਕੀ ਕਰਨਾ ਸੀ। ਅੱਜ ਸਾਡੇ ਜੱਟਾਂ ਦਾ ਮਸਲਾ ਹੈ ਤੇ ਸਾਡੇ ਜੱਟਾਂ ਦੇ ਮੁੰਡੇ ਜਿਹੜੇ ਨੇ ਬਾਲਾਂ ਨੂੰ ਜੈਲ ਲਾ ਕੇ ਘੁੰਮਦੇ ਫਿਰਦੇ ਨੇ, ਇਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਮਤਲਬ ਇੱਕ ਜਾਤੀਵਾਦਕ, ਇੱਕ ਧਾਰਮਿਕ ਮਸਲਾ, ਉਸ ਤੋਂ ਬਾਅਦ ਧਰਮ ਦੇ ਨਾਂ ਦੇ ਉੱਤੇ ਭੜਕਾਉਣ ਦੀ ਕੋਸ਼ਿਸ਼। ਮਤਲਬ ਪਹਿਲਾਂ ਅੰਬੇਡਕਰ ਦੇ ਜਿਹੜੇ ਫਾਲੋਅਰਸ ਨੇ, ਬਾਬਾ ਸਾਹਿਬ ਅੰਬੇਡਕਰ ਦੇ, ਉਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼, ਫਿਰ ਜੱਟਾਂ ਦੇ ਮੁੰਡਿਆਂ ਨੂੰ, ਫਿਰ ਹੋਰ ਧਾਰਮਿਕ ਮਸਲਾ ਬਣਾਉਣ ਦੀ। ਮਤਲਬ ਮੰਨ ਲੈਨੇ ਆ ਕਿ ਜੇ 2-4 ਬੰਦੇ ਜਸਵੰਤ ਭਾਟਾ ਨਾਂ ਦੇ ਹੋਰ ਹੁੰਦੇ ਜਿਹੜੇ ਬਾਰੋ-ਬਾਰੀ ਇਹੋ ਜਿਹੀਆਂ ਵੀਡੀਓ ਪਾ ਦਿੰਦੇ ਤਾਂ ਹੋ ਸਕਦਾ ਹੈ ਪੰਜਾਬ ਦੇ ਵਿੱਚ ਦੰਗੇ ਹੋ ਜਾਂਦੇ, 2-4 ਮੌਤਾਂ ਹੋ ਜਾਂਦੀਆਂ, ਉਸ ਤੋਂ ਬਾਅਦ ਸਰਕਾਰੀ ਪ੍ਰਾਪਰਟੀ ਫੂਕੀ ਜਾਂਦੀ। ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਫਿਰ ਸਰਕਾਰ ਜ਼ਿੰਮੇਵਾਰ ਹੁੰਦੀ ਜਿਨ੍ਹਾਂ ਨੇ ਧੂਲ ਦਿੱਤੀ ਹੋਈ ਹੈ। ਅਸੀਂ ਸਿੱਧੇ ਤੌਰ ਤੇ ਇਹ ਗੱਲ ਕਹਿਣ ਨੂੰ ਕੋਈ ਵੀ ਅਤਕਥਨੀ ਨਹੀਂ ਹੈ ਕਿ ਇਸ ਮਸਲੇ ਨੂੰ ਇੰਨੀ ਜ਼ਿਆਦਾ ਧੂਲ ਦੇ ਦਿੱਤੀ ਗਈ, ਜਦ ਕਿ ਇਸ ਮਸਲੇ ਦੇ ਵਿੱਚੋਂ ਨਿਕਲਣਾ ਕੁਝ ਨਹੀਂ। ਇਸ ਮਸਲੇ ਦੇ ਵਿੱਚੋਂ ਨਿਕਲਣਾ ਕੁਝ ਨਹੀਂ। ਕਿਉਂ? ਕਿਉਂਕਿ ਹਰ ਇੱਕ ਦੀ ਆਪਣੀ ਸੋਚ ਹੈ। ਕਿਸੇ ਨਾਲ ਕਿਸੇ ਦੇ ਸ਼ਹੀਦ, ਕਿਸੇ ਦੇ ਉੱਤੇ ਮਤਲਬ ਕੋਈ ਧੱਕੇ ਨਾਲ ਕਿਸੇ ਦੇ ਸ਼ਹੀਦ ਨਹੀਂ ਥੋਪੇ ਜਾ ਸਕਦੇ। ਹੁਣ ਮੈਂ ਜੇ ਹਿੰਦੂ ਭਰਾਵਾਂ ਦੀ ਗੱਲ ਕਰਾਂ ਤਾਂ ਬਹੁਤੇ ਜਿਹੜੇ ਕੁਝ ਹੈ ਨੇ, ਮਤਲਬ ਕਿ ਜਿਹੜੇ ਸੰਤ ਜਰਨੈਲ ਸਿੰਘ ਨੂੰ ਮੰਨਦੇ ਨੇ, ਪਰ ਉਹ 1% ਹੋਏਗੀ ਜਾਂ 0% 1% ਹੈ ਹੋਏਗੀ ਜਿਹੜੇ ਸੰਤਾਂ ਨੂੰ ਕਹਿੰਦੇ ਨੇ ਵੀ ਹਾਂ ਵਾਕਈ ਸ਼ਹੀਦ ਹੈ। ਪਰ ਵੱਡੇ ਪੱਧਰ ਦੇ ਉੱਤੇ ਸਾਡੇ ਹਿੰਦੂ ਭਰਾ ਜਿਹੜੇ ਨੇ ਉਹ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦੇ, ਅੱਤਵਾਦੀ ਵੀ ਕਹਿੰਦੇ ਨੇ। ਪਰ ਅਸੀਂ ਕਦੋਂ ਉਹਨਾਂ ਦੇ ਉੱਤੇ ਧੱਕੇ ਨਾਲ ਇਹ ਗੱਲਾਂ ਥੋਪੀਆਂ ਕਿ ਤੁਸੀਂ, ਜੇ ਅਸੀਂ ਮੰਨਦੇ ਆ ਤਾਂ ਤੁਸੀਂ ਵੀ ਮੰਨੋ? ਅਸੀਂ ਕਦੇ ਵੀ ਨਹੀਂ ਇਹ ਗੱਲਾਂ ਕਹੀਆਂ। ਜਾਂ ਫਿਰ ਜਦੋਂ ਆਪਾਂ ਮਹਾਤਮਾ ਗਾਂਧੀ ਦੀ ਗੱਲ ਕਰਦੇ ਆ, ਜਿਹਨੂੰ ਰਾਸ਼ਟਰ ਪਿਤਾ ਦਾ ਦਰਜਾ ਜਿਹੜਾ ਮਿਲਿਆ ਹੋਇਆ, ਸੋ ਉਹਨਾਂ ਦਾ ਪੁਤਲਾ ਬਣਾ ਕੇ ਇੱਕ ਸਾਧਵੀ ਜਿਹੜੀ ਹੈ ਉਹ ਖੂਨ ਦੀ ਜਿਹੜੀ ਖੂਨ ਭਰ ਕੇ ਪਿਚਕਾਰੀ ਦੇ ਵਿੱਚ, ਅਸੀਂ ਇੱਕ ਪਿਸਤੌਲ, ਇੱਕ ਖਿਡੌਣੇ ਵਾਲੀ ਪਿਸਤੌਲ ਹੁੰਦੀ ਹੈ, ਉਹਦੇ ਵਿੱਚ ਖੂਨ ਭਰਿਆ ਜਾਂਦਾ ਹੈ। ਸੋ ਉਹਦਾ ਜਿਹੜਾ ਬੁੱਤ ਬਣਾ ਕੇ ਉਹਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ, ਫਿਰ ਉਥੋਂ ਬਲੱਡ ਨਿਕਲਦਾ ਗਾਂਧੀ ਦੇ ਬੁੱਤ ਚੋਂ। ਇਹ ਸਾਰਾ ਵਰਤਾਰਾ ਨੱਥੂ ਰਾਮ ਗੋਡਸੇ ਦੇ ਜਨਮ ਦਿਨ ਵਾਲੇ ਦਿਨ ਹੁੰਦਾ ਹੈ। ਸੋ ਹੁਣ ਉੱਥੇ ਕਿਉਂ ਨਹੀਂ ਭੜਕੇ ਲੋਕ? ਮਤਲਬ ਸੋਚਣ ਵਾਲੀ ਗੱਲ ਹੈ। ਉਹ ਉਹਨਾਂ ਦੀ ਕਹਿੰਦੇ ਵਿਚਾਰਧਾਰਾ ਹੈ, ਮਤਲਬ ਉਹਨਾਂ ਦੇ ਉੱਤੇ ਕਿਸੇ ਨੇ ਕੋਈ ਸਵਾਲ ਨਹੀਂ ਚੁੱਕਿਆ ਹੋਏਗਾ। ਹੁਣ ਜਦੋਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਆ ਜਾਂਦੀ ਹੈ ਤਾਂ 30 ਸਾਲਾਂ ਬਾਅਦ ਇੱਕ ਸੀਟ ਜਿੱਤੀ ਹੈ ਪੰਥਕ ਸੋਚ ਵਾਲੇ ਇਸ ਸ਼ਖਸ ਨੇ, ਜਦਕਿ ਪੰਥਕ ਜਿਹੜੀਆਂ ਕਹਾਉਣ ਵਾਲੀਆਂ ਪਾਰਟੀਆਂ ਜਿਹੜੀਆਂ ਨੇ ਕਿਵੇਂ ਗੱਦਾਰੀ ਕਰਦੀਆਂ ਆਈਆਂ ਕੌਮ ਦੇ ਨਾਲ, ਉਹ ਸਾਰਿਆਂ ਨੇ ਵੇਖਿਆ। ਹੁਣ ਮਾਨ ਸਾਹਿਬ ਨੇ 30 ਸਾਲਾਂ ਬਾਅਦ ਜੇ ਇੱਕ ਸੀਟ ਜਿੱਤ ਲਈ ਹੈ ਤਾਂ ਉਹ ਇਸ ਤਰੀਕੇ ਦੇ ਨਾਲ ਇਹਨਾਂ ਵਿਰੋਧੀਆਂ ਨੂੰ ਜਿਹੜੀ ਚੁੱਭ ਰਹੀ ਹੈ ਵੀ ਭਾਈ ਇਹ ਬੰਦਾ ਜਿੱਤ ਕਿਵੇਂ ਗਿਆ, ਜੇ ਜਿੱਤ ਗਿਆ ਤੇ ਹੁਣ ਇਹਨੂੰ ਥੱਲੇ ਕਿਵੇਂ ਲਾਉਣਾ, ਇਹਦੀ ਜਿਹੜੀ ਅਹੁਦਾ ਹੈਗਾ ਬਰਖਾਸਤ ਕਿਵੇਂ ਕਰਾਉਣਾ। ਮਤਲਬ ਇਹ ਸਾਰਾ ਕਿਤੇ ਨਾ ਕਿਤੇ ਜ਼ੋਰ ਲਾਇਆ ਜਾ ਰਿਹਾ ਉਹਨਾਂ ਨੂੰ ਡੀਫੇਮ ਕਰਨ ਦੇ ਵਾਸਤੇ। ਬਾਕੀ ਗੱਲ ਜਿਹੜੀ ਭਗਵੰਤ ਮਾਨ ਦੇ ਉੱਤੇ ਬਿਆਨ ਦੇਣ ਦੀ ਹੈਗੀ ਹੈ, ਹਰ ਇੱਕ ਦੀ, ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ, ਆਪਣੀ ਵਿਚਾਰਧਾਰਾ। ਹੁਣ ਤੁਸੀਂ ਮੈਨੂੰ ਕਹੋ ਵੀ ਕਿਸੇ ਹੋਰ ਧਰਮ ਦੇ ਕੋਈ ਫਲਾਨਾ ਕੋਈ ਸ਼ਖਸ ਉਹਨਾਂ ਦਾ ਹੋਇਆ ਜਿਹਨੂੰ ਉਹ ਸ਼ਹੀਦ ਮੰਨਦੇ ਆ, ਵੀ ਤੂੰ ਵੀ ਮੰਨ। ਮੈਂ ਤਾਂ ਕਦੇ ਵੀ ਨਹੀਂ ਮੰਨੂਗਾ, ਕਿਉਂਕਿ ਮੇਰਾ ਧਰਮ ਇਜਾਜ਼ਤ ਨਹੀਂ ਦਿੰਦਾ। ਜਾਂ ਫਿਰ ਉਸ ਬੰਦੇ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ ਤੇ ਅਸੀਂ ਕਿਵੇਂ ਮੰਨ ਲਈਏ? ਉਹ ਤਾਂ ਸਾਡੇ ਉੱਤੇ ਚੜ੍ਹ ਕੇ ਆਇਆ ਸੀ, ਉਹ ਤਾਂ ਬੰਦਾ ਸਾਡੇ ਉੱਤੇ, ਜਿਵੇਂ ਹੁਣ ਆਪਾਂ ਫੋਰ ਐਗਜ਼ਾਮਪਲ ਗੱਲ ਕਰ ਲਈਏ ਬੀਬੀ ਇੰਦਰਾ ਗਾਂਧੀ ਦੀ। ਪੰਜਾਬ ਦੇ ਵਿੱਚ ਬਹੁਤ ਵਾਰ ਐਸਾ ਵੀ ਹੋਇਆ ਜਦੋਂ ਬੀਬੀ ਇੰਦਰਾ ਗਾਂਧੀ ਨੂੰ ਸ਼ਹੀਦ ਲਿਖਿਆ ਜਾਂਦਾ। ਹੁਣ ਜੇ ਤੁਸੀਂ ਸਿੱਖਾਂ ਨੂੰ ਕਹੋ ਵੀ ਭਾਈ ਬੀਬੀ ਇੰਦਰਾ ਨੂੰ ਸ਼ਹੀਦ ਮੰਨੋ, ਤਾਂ ਇਹ ਸਿੱਖ ਕਦੇ ਵੀ ਨਹੀਂ ਮੰਨਣਗੇ।
ਹੁਣ ਜਦੋਂ ਆਪਾਂ ਬੇਅੰਤ ਸਿੰਘ ਦੀ ਗੱਲ ਕਰਦੇ ਹਾਂ ਫਿਰ ਉਹਨਾਂ ਨੂੰ ਕਈ ਵਾਰੀ ਕਿਹਾ ਜਾਂਦਾ ਸ਼ਹੀਦ, ਆਪਾਂ ਕਦੇ ਵੀ ਨਹੀਂ ਮੰਨਾਂਗੇ, ਮਤਲਬ ਜਿਹੜੇ ਸਿੱਖ ਨੇ ਉਹ ਕਦੇ ਵੀ ਨਹੀਂ ਮੰਨਦੇ ਇਸ ਗੱਲ ਨੂੰ। ਸੋ ਇਸੇ ਤਰੀਕੇ ਦੇ ਨਾਲ ਹਰ ਇੱਕ ਧਰਮ ਨੂੰ, ਹਰ ਇੱਕ ਸਮਾਜ ਨੂੰ, ਹਰ ਇੱਕ ਸੁਸਾਇਟੀ ਨੂੰ ਆਜ਼ਾਦੀ ਹੈ ਕਿ ਉਹ ਕੀ ਸੋਚਣਾ ਚਾਹੁੰਦੇ ਨੇ। ਇਹੀ ਭਾਰਤ ਦੀ ਖੂਬਸੂਰਤੀ ਹੈ, ਡੈਮੋਕ੍ਰੇਸੀ ਕਿਹਾ ਜਾਂਦਾ ਨਾ ਭਾਰਤ ਨੂੰ। ਸੋ ਫਿਰ ਇਹ ਖੂਬਸੂਰਤੀ ਹੁੰਦੀ ਹੈ ਜਦੋਂ ਡੈਮੋਕ੍ਰੇਸੀ ਹੋਵੇ ਕਿ ਤੁਸੀਂ ਆਪਣੀ ਆਜ਼ਾਦੀ ਦੇ ਨਾਲ ਆਪਣੀ ਗੱਲ ਜਿਹੜੀ ਹੈ ਉਹਨੂੰ ਰੱਖ ਸਕਦੇ ਹੋ। ਸੋ ਹੁਣ ਜਦੋਂ ਆਪਾਂ ਜਿੰਦੇ ਸੁੱਖੇ ਦੀ ਗੱਲ ਕਰਦੇ ਹਾਂ, ਸਾਡੇ ਵਾਸਤੇ ਉਹ ਸ਼ਹੀਦ ਨੇ, ਆਪਾਂ ਦੂਸਰਿਆਂ ਨੂੰ ਕਹੀਏ ਵੀ ਤੁਸੀਂ ਵੀ ਮੰਨੋ, ਉਹਨਾਂ ਨੇ ਕਹਿਣਾ ਨਹੀਂ ਬਈ, ਉਹਨਾਂ ਨੇ ਤੇ ਆਹ ਫਲਾਣੇ ਫਲਾਣੇ ਬੰਦੇ ਮਾਰੇ ਨੇ। ਸੋ ਏਦਾਂ ਇਹ ਗੱਲਾਂ ਹੁੰਦੀਆਂ। ਮੱਸਾ ਰੰਗੜ ਜਦੋਂ ਆ ਕੇ ਦਰਬਾਰ ਸਾਹਿਬ ਦੇ ਵਿੱਚ ਬੈਠਾ, ਜਦੋਂ ਵੇਸਬਾਵਾਂ ਨਚਾ ਰਿਹਾ, ਸਰੋਵਰ ਪੂਰ ਰਿਹਾ, ਸੋ ਉਹ ਉਹਨਾਂ ਦੇ ਵਾਸਤੇ, ਉਹਨਾਂ ਦੇ ਜਿਹੜੇ ਪੈਰੋਕਾਰ ਸੀ ਉਹਨਾਂ ਵਾਸਤੇ ਬੜਾ ਮਹਾਨ ਹੋਊਗਾ। ਪਰ ਸਾਡੇ ਵਾਸਤੇ ਉਹ ਬੰਦਾ ਸੀਗਾ ਜਿਹਨੇ ਸਾਡਾ ਨੁਕਸਾਨ ਕੀਤਾ, ਸਾਡੇ ਧਰਮ ਦੇ ਉੱਤੇ, ਸਾਡੇ ਧਾਰਮਿਕ ਸਥਾਨ ਤੇ ਚੜ੍ਹ ਕੇ ਆਇਆ, ਇਸ ਕਰਕੇ ਸਿੰਘਾਂ ਨੇ ਉਹਦਾ ਸੌਦਾ ਲਾ ਦਿੱਤਾ। ਸੋ ਸਾਡੇ ਵਾਸਤੇ ਉਹ ਸ਼ਹੀਦ ਨਹੀਂ, ਸਾਡੇ ਵਾਸਤੇ ਉਹ ਕੋਈ ਮਹਾਨ ਨਹੀਂ। ਇਸ ਤਰੀਕੇ ਦੇ ਨਾਲ ਵਿਚਾਰਧਾਰਾ ਜਿਹੜੀ ਹੈ ਭਗਤ ਸਿੰਘ ਦੇ ਬਾਰੇ ਵੀ ਇਸ ਤਰ੍ਹਾਂ ਹੈਗੀ ਹੈ ਕਿ ਭਗਤ ਸਿੰਘ ਭਾਰਤ ਦਾ ਸ਼ਹੀਦ ਹੋ ਸਕਦਾ, ਪਰ ਜੇ ਆਪਾਂ ਆਫੀਸ਼ੀਅਲੀ ਗੱਲ ਕਰੀਏ ਤਾਂ ਭਾਰਤ ਵੀ ਉਹਨਾਂ ਨੂੰ ਸ਼ਹੀਦ ਨਹੀਂ ਮੰਨਦਾ। ਜੇ ਲੋਕਾਂ ਦੀ ਆਸਥਾ ਦੀ ਗੱਲ ਕਰਦੇ ਆ ਤਾਂ ਫਿਰ ਉਹ ਸ਼ਹੀਦ ਹੋ ਸਕਦਾ। ਸੋ ਜੇ ਤੁਸੀਂ ਕਹੋ ਵੀ ਸਿੱਖ ਵੀ ਉਸ ਨੂੰ ਆਪਣਾ ਮੰਨਣ, ਸ਼ਹੀਦ ਮੰਨਣ, ਤਾਂ ਫਿਰ ਆਪਣੀ ਆਪਣੀ ਗੱਲ ਹੈ। ਫਿਰ ਤੁਸੀਂ ਮੇਰੇ ਤੇ ਸੁੱਟ ਸਕਦੇ ਹੋ ਕੋਈ ਭਾਈ ਦਲਜੀਤ ਸਿੰਘ ਬਣਦਾ ਕਿ ਨਹੀਂ। ਫਿਰ ਮੈਨੂੰ ਅੰਦਰੋਂ ਲੱਗਦਾ ਹੋਏਗਾ ਵੀ ਭਾਈ ਭਗਤ ਸਿੰਘ ਓਕੇ ਆ, ਤਾਂ ਫਿਰ ਮੈਂ ਕਹੂੰਗਾ ਓਕੇ ਆ। ਜੇ ਮੈਨੂੰ ਲੱਗਦਾ ਹੋਊਗਾ ਵੀ ਨਹੀਂ, ਆਹ ਗੱਲ ਨਹੀਂ ਸਹੀ, ਤਾਂ ਮੈਂ ਨਹੀਂ ਮੰਨਦਾ, ਤਾਂ ਫਿਰ ਉਹ ਮੇਰੀ ਹੈ, ਮਤਲਬ ਮੇਰੀ ਇੱਛਾ ਹੋ ਸਕਦੀ ਹੈ। ਪਰ ਧੱਕਾ ਕਿੱਥੇ ਆ ਗਿਆ ਇਸ ਗੱਲ ਦੇ ਵਿੱਚ? ਇਹ ਧੱਕੇ ਦੇ ਨਾਲ ਜਿਹੜਾ ਸਾਰਿਆਂ ਦੇ ਉੱਤੇ ਥੋਪਣਾ, ਇਹ ਚੀਜ਼ ਤਾਂ ਚੱਲਦੀ ਉੱਥੇ ਹੈ ਵੀ ਜਦੋਂ ਮੁਸਲਮਾਨਾਂ ਦੀਆਂ ਦਾੜੀਆਂ ਫੜ ਕੇ ਕਿਹਾ ਜਾਂਦਾ ਵੀ ਤੂੰ ਆਹ ਬੋਲ ਤੇ ਆਹ ਬੋਲ, ਫਿਰ ਉਹਦੀ ਦਾੜੀ ਪੁੱਟੀ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਕੁੱਟਿਆ ਜਾਂਦਾ। ਸੋ ਇਹ ਸੋਚ ਕਿਵੇਂ ਪੰਜਾਬ ਚ ਆਉਣ ਲੱਗ ਪਈ, ਇਹ ਚੀਜ਼ ਸਾਨੂੰ ਸੋਚਣੀ ਪੈਣੀ ਹੈ। ਕੋਈ ਆਮ ਆਦਮੀ ਪਾਰਟੀ ਦੀ ਸਰਕਾਰ, ਮੈਂ ਬਲੇਮ ਨਹੀਂ ਕਰਦਾ ਆਮ ਆਦਮੀ ਤੇ, ਪਰ ਇਹ ਘਟਨਾਵਾਂ ਹੋ ਰਹੀਆਂ। ਪਹਿਲਾਂ ਸੰਦੀਪ ਨੰਗਲੰਬੀਆਂ, ਉਸ ਤੋਂ ਬਾਅਦ ਸਾਡਾ ਉਹ ਵੱਡਾ ਕਲਾਕਾਰ ਸਿੱਧੂ ਮੂਸੇਵਾਲਾ, ਉਸ ਤੋਂ ਬਾਅਦ ਪੰਜਾਬ 'ਚ ਫਿਰਕਾ ਪ੍ਰਸਤ ਮਾਹੌਲ ਦੀ ਸ਼ੁਰੂਆਤ ਹੋਣੀ। ਸੋ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਸੋਚਣਾ ਪੈਣਾ ਕਿ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਨਾ ਹੋ ਜਾਏ। ਜੇ ਖਰਾਬ ਹੋ ਗਿਆ, ਮੁੜ ਕੇ ਸੰਭਿਆ ਨਹੀਂ ਜਾਣਾ। ਇਹ ਗੱਲਾਂ ਜਗ ਜ਼ਾਹਰ ਨੇ, ਇਤਿਹਾਸ ਤੁਸੀਂ ਦੇਖ ਸਕਦੇ ਹੋ। ਇਸ ਕਰਕੇ ਝੂਠੇ ਪ੍ਰੋਪੇਗੰਡੇ ਜਾਂ ਫਿਰ ਆਪਣੇ ਉੱਤੇ ਲੱਗੇ ਬਲੇਮ, ਆਪਣੇ ਉੱਤੇ ਲੱਗੇ ਜਿਹੜੇ ਐਲੀਗੇਸ਼ਨ ਨੇ, ਉਹਨਾਂ ਨੂੰ ਠੰਡੇ ਬਸਤੇ ਦੇ ਵਿੱਚ ਪਾਉਣ ਲਈ ਜਦੋਂ ਐਸੀਆਂ ਚੀਜ਼ਾਂ ਬਣਾ ਕੇ ਕ੍ਰੀਏਟ ਕਰ ਦਿੱਤੀਆਂ ਜਾਂਦੀਆਂ, ਕੀਤੀਆਂ ਤਾਂ ਜਾਂਦੀਆਂ ਵੀ ਸਾਡੇ ਮਸਲੇ ਠੰਡੇ ਪੈ ਜਾਣ, ਪਰ ਉਹ ਕੀ ਦਾ ਕੀ ਰੂਪ ਲੈ ਜਾਣਾ ਕੋਈ ਨਹੀਂ ਜਾਣਦਾ। ਮਤਲਬ ਕਹਿੰਦੇ ਨਾ ਵੀ ਤੀਲੀ ਇੱਕ ਚੰਗਾਰੀ ਲਾਉਣੀ ਹੁੰਦੀ ਹੈ, ਉਹ ਕਿੱਥੋਂ ਤੱਕ ਵੱਧ ਕੇ ਪੂਰੇ ਜੰਗਲ ਫੂਕ ਦਿੰਦੀ ਹੈ, ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਕੋਈ ਬੰਦਾ ਜਿਹੜਾ ਹੈ, ਕੋਈ ਸ਼ਖਸ ਜਿਹੜਾ ਹੈ, ਉਹ ਸਿਰਫ ਆਪਣੀ ਰੋਟੀ ਗਰਮ ਕਰਨ ਨੂੰ, ਇਹ ਕਹਿ ਲਈਏ ਫੋਰ ਐਗਜ਼ਾਮਪਲ ਕੋਈ ਚਾਹ ਬਣਾਉਣ ਨੂੰ ਅੱਗ ਬਾਲਦਾ ਲੱਕੜਾਂ ਇਕੱਠੀਆਂ ਕਰਕੇ, ਤਾਂ ਫਿਰ ਉਹ ਜਿਹੜੀ ਅੱਗ ਆ ਕੇ ਤੇ ਚੰਗਾਰੀ ਲੱਗੀ, ਪੂਰਾ ਜੰਗਲ ਫੂਕਦੇ, ਪੂਰਾ ਸ਼ਹਿਰ ਫੂਕਦੇ। ਸੋ ਉਹਦੇ ਵਿੱਚ ਫਿਰ ਰੋਕਣਾ ਨਾ ਉਹ ਬੰਦੇ ਦੇ ਵੱਸ ਹੈ, ਨਾ ਫਿਰ ਹੋਰ ਦੇ ਵੱਸ ਰਹਿ ਜਾਂਦਾ। ਇਸ ਕਰਕੇ ਪੰਜਾਬ 'ਚ ਪ੍ਰੋਪੇਗੰਡੇ ਨਾ ਚਲਾਓ। ਜਿਹੜੇ ਵਾਅਦੇ ਕਰਕੇ ਤੁਸੀਂ ਆਏ ਹੋ ਸਰਕਾਰ ਦੇ ਵਿੱਚ, ਉਸ ਦੇ ਉੱਤੇ ਰਹਿਣਾ ਚਾਹੀਦਾ ਹੈ। ਬਾਕੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਗੱਲ ਹੈ ਕਿ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਐਸੇ ਬਿਆਨ ਨੇ ਉਹਨਾਂ ਨੂੰ ਜ਼ਿਆਦਾ ਤੂਲ ਨਾ ਦਿੱਤੀ ਜਾਵੇ। ਜਿਹੜੀ ਤੁਹਾਡੀ ਵਿਚਾਰਧਾਰਾ ਹੈਗੀ ਆ, ਤੁਸੀਂ ਉਹਦੇ ਨਾਲ ਜਿਵੇਂ ਮਰਜ਼ੀ ਐਗਰੀ ਹੋ ਸਕਦੇ ਹੋ, ਪਰ ਬਾਰ-ਬਾਰ ਜਿਹੜਾ ਹੈਗਾ ਇਹ ਵੀ ਦੇਖਿਆ ਗਿਆ ਸੀ। ਪਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਇਹ ਮਸਲਾ ਬਹੁਤ ਪੁਰਾਣਾ ਹੈ, 2005 ਦਾ ਮਸਲਾ, ਤੇ ਇਸ ਮਸਲੇ ਨੂੰ ਹੁਣ ਉਛਾਲਿਆ ਵੀ ਗਿਆ ਜਾਣ ਬੁੱਝ ਕੇ। ਸਿਮਰਨਜੀਤ ਸਿੰਘ ਮਾਨ ਨੂੰ ਇਹ ਗੱਲਾਂ ਪੁੱਛੀਆਂ ਗਈਆਂ ਕਿ ਤੁਸੀਂ ਭਗਤ ਸਿੰਘ ਨੂੰ ਕੀ ਮੰਨਦੇ ਹੋ, ਫਿਰ ਉਹਨਾਂ ਨੇ ਜਿਹੜਾ ਜਵਾਬ ਦੇ ਦਿੱਤਾ ਉਹ ਰਿਕਾਰਡ ਕਰਕੇ ਬਾਹਰ ਵਾਇਰਲ ਹੋ ਗਿਆ। ਸੋ ਇਸ ਤਰੀਕੇ ਦੇ ਜਿਹੜੇ ਬਿਆਨ ਨੇ ਉਹਨਾਂ ਤੋਂ ਵੀ ਗੁਰੇਜ਼ ਜਿਹੜਾ ਹੈਗਾ ਉਹ ਕਰਨਾ ਚਾਹੀਦਾ, ਪਰ ਵਿਚਾਰਧਾਰਾ ਆਪੋ ਆਪਣੀ, ਇਹਦੇ ਵਿੱਚ ਇਹ ਨਹੀਂ ਕਰਨਾ ਚਾਹੀਦਾ ਵੀ ਭਾਈ ਉਹ ਵੀ ਸਾਡਾ ਫਿਰ ਦੁਸ਼ਮਣ ਹੋ ਗਿਆ, ਹੁਣ ਫਲਾਨਾ ਸਾਡਾ ਦੁਸ਼ਮਣ ਹੋ ਗਿਆ, ਹੁਣ ਅਸੀਂ ਆਹ ਕਰ ਦਿਆਂਗੇ, ਹੁਣ ਆਹ ਕਰ ਦਿਆਂਗੇ। ਜਸਵੰਤ ਭਾਟਾ ਜਿਵੇਂ ਅੱਗ ਲਾਉਣ ਨੂੰ ਫਿਰਦਾ ਸੀ। ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਪਲਾਨ ਤਰੀਕੇ ਨਾਲ ਕੀਤਾ ਹੋਇਆ ਲੱਗਦਾ ਹੈ। ਇਹਦੇ ਤੋਂ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਤਾਂ ਲੋੜ ਹੈ ਪੂਰੇ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਸਰਕਾਰ ਨੂੰ, ਪ੍ਰਸ਼ਾਸਨ ਨੂੰ ਤੇ ਪੰਜਾਬ ਦੇ ਹਰੇਕ ਵਰਗ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਕਿਸੇ ਵੀ ਆਪਣੀ ਰੋਟੀ ਸੇਕਣ ਵਾਲੇ ਦੇ ਕਿਸੇ ਇੱਕ ਹਰਕਤ ਕਰਕੇ ਪੂਰੇ ਪੰਜਾਬ ਨੂੰ ਅੱਗ ਨਾ ਲੱਗ ਜਾਵੇ। ਇਸ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਅਜਿਹਾ ਮਾਹੌਲ ਪੰਜਾਬ ਦੇ ਵਿੱਚ ਕਦੇ ਵੀ ਪੈਦਾ ਨਾ ਹੋਵੇ। ਇਸ ਦੇ ਲਈ ਸਭ ਤੋਂ ਪਹਿਲਾਂ ਫਰਜ਼ ਸਰਕਾਰ, ਪੁਲਿਸ, ਪ੍ਰਸ਼ਾਸਨ ਦਾ ਵੀ ਬਣਦਾ ਹੈ ਅਤੇ ਪੰਜਾਬ ਦੇ ਲੋਕਾਂ ਦਾ ਵੀ ਬਣਦਾ ਹੈ ਕਿ ਅਜਿਹਾ ਕੁਝ ਵੀ ਨਾ ਹੋ ਪਾਵੇ, ਪੰਜਾਬ ਦੇ ਵਿੱਚ ਸ਼ਾਂਤੀ ਤੇ ਅਮਨ ਕਾਇਮ ਰਹੇ। ਤਾਂ ਦਲਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੀ ਜੋ ਕਿ ਸੋਚ ਅੱਗੇ ਰੱਖਦੇ ਹੋ ਤੇ ਲੋਕ ਤੁਹਾਡੀ ਇਸੇ ਸੋਚ ਨੂੰ ਪਸੰਦ ਵੀ ਕਰਦੇ ਨੇ, ਨਾਲ ਤੁਹਾਡੇ ਨਾਲ ਜੁੜਦੇ ਵੀ ਨੇ, ਤੇ ਬਹੁਤ ਗਿਣਤੀ ਵਿੱਚ ਤੁਹਾਡੇ ਨਾਲ ਕਹਿ ਲਓ ਕਿ ਨੌਜਵਾਨ ਜੁੜਦੇ ਨੇ ਤੁਹਾਡੀ ਵਿਚਾਰਧਾਰਾ ਦੇ ਨਾਲ, ਇੱਕ ਬੇਖੌਫ ਹੋ ਕੇ ਅਤੇ ਨਿਰਪੱਖ ਗੱਲ ਕਰਦੇ ਹੋ। ਤਾਂ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ। ਥੈਂਕ ਯੂ ਜੀ, ਥੈਂਕ ਯੂ। ਇੱਕ ਬੇਨਤੀ ਮੈਂ ਆਪਣੇ ਦਰਸ਼ਕਾਂ ਨੂੰ ਕਰ ਰਿਹਾ, ਜਿਹੜੇ ਦਰਸ਼ਕ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਨੇ, ਕਿ ਇਹ ਸਾਡਾ ਨਵਾਂ ਨਕੋਰ ਪ੍ਰੋਗਰਾਮ ਹੈਗਾ। ਜੇਕਰ ਤੁਹਾਡੇ ਵੱਲੋਂ ਹੱਲਾਸ਼ੇਰੀ ਮਿਲੇਗੀ
ਤਾਂ ਆਪਾਂ ਇਹਨੂੰ ਕੰਟੀਨਿਊ ਰੂਪ ਦੇ ਵਿੱਚ ਲੈ ਕੇ ਆਇਆ ਕਰਾਂਗੇ। ਪਰ ਉਹਦੇ ਲਈ ਤੁਹਾਡਾ ਸਾਥ ਚਾਹੀਦਾ ਹੈ। ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ, ਉਸ ਤੋਂ ਬਾਅਦ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਸੋ ਸਾਰੇ ਇਹਦੇ ਤੋਂ ਹੀ ਫੀਡਬੈਕ ਤੋਂ ਪਤਾ ਲੱਗਦਾ ਹੁੰਦਾ ਹੈ ਕਿ ਕਿੰਨਾ ਕੁ ਪਿਆਰ ਤੁਸੀਂ ਦੇ ਰਹੇ ਹੋ। ਜੇ ਤੁਹਾਡੀ ਫੀਡਬੈਕ ਪੋਜ਼ਿਟਿਵ ਆਉਂਦੀ ਹੈ ਤਾਂ ਅਸੀਂ ਇਸ ਨੂੰ ਕੰਟੀਨਿਊਟੀ ਦੇ ਨਾਲ ਚਲਾਵਾਂਗੇ ਤੇ ਹਰ ਇੱਕ ਮਸਲੇ ਦੇ ਉੱਤੇ ਬੇਬਾਕੀ ਦੇ ਨਾਲ ਗੱਲਬਾਤ ਕਰਾਂਗੇ। ਧੰਨਵਾਦ ਜੀ ਤੁਹਾਡਾ ਵੀ। ਪੰਜਾਬ ਬੋਰਡ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਤੋਂ ਹੁਣ ਲਵਾਂਗੇ ਇਜਾਜ਼ਤ ਅਤੇ ਜਾਣਦੇ ਹੋਏ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਪ੍ਰੋਗਰਾਮ ਦੇ ਨਾਲ ਤੁਸੀਂ ਜੁੜਨ ਦੇ ਲਈ ਆਪਣੇ ਕਮੈਂਟਰ ਨਾਲ ਜੁੜ ਸਕਦੇ ਹੋ ਅਤੇ ਸਾਨੂੰ ਸੁਝਾਅ ਵੀ ਦੇ ਸਕਦੇ ਹੋ। ਤੁਹਾਨੂੰ ਲੱਗਦਾ ਕਿ ਪੰਜਾਬ ਦਾ ਕੋਈ ਅਜਿਹਾ ਮੁੱਦਾ ਹੈ ਜਿਸ ਦੇ ਉੱਤੇ ਵਿਚਾਰ ਚਰਚਾ ਕਿਸੇ ਵੱਲੋਂ ਵੀ ਨਹੀਂ ਕੀਤੀ ਜਾ ਸਕਦੀ, ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ। ਅਸੀਂ ਉਹਨਾਂ ਦੇ ਉੱਤੇ ਵੀ ਆਪਣੇ ਵਿਚਾਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਹੁਣ ਦਿਓ ਇਜਾਜ਼ਤ, ਧੰਨਵਾਦ।